ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਕੱਤਰਤਾ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ। ਜਿੰਨੇ ਵੀ ਉਸ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਜੁੜੇ ਆ, ਭਾਗਾਂ ਵਾਲੇ ਆ ਜਿਨ੍ਹਾਂ ਤੇ ਉਸ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪ ਹੀ ਆਪਣੀ ਸੇਵਾ ਦੇ ਵਿੱਚ ਲਿਆ ਬਿਠਾਇਆ। ਜਿੰਨੇ ਵੀ ਜੁੜੇ ਆ ਸਭ ਦਾ ਸਵਾਗਤ ਹੈ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋ ਇਹ ਉਪਰਾਲਾ 143 दिन हो गए कि वाहिगुरु जी की बख्शिश सदका हर रोज सानू गुरु की संगत मिलती है, गुरु के विचार साझे किए जाते हैं। सो आओ अज आप दी सेवा मनप्रीत कौर जी रोपड़ तो सानू जाप दे नाल जोड़नगे। EPP नंबर 14860 जी। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। वाहेगुरु 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 वाहेगुरु। वाहिगुरु जी का खालसा वाहिगुरु जी की फतेह। ते बेटा की नाम है? गुरनूर कौर है। हाँ जी। अच्छा, जोन महल कलां। हाँ जी। शाबाश बेटा, इदां करिया करो। कई बारी कोई बच्चा नहीं जुड़दा ते वारी लैनी हुंदी आपां, हना। बहुत बहुत धन्नवाद जी गुरनूर कौर जी। आओ ਆਪਾਂ ਹੁਣ ਸਾਰੇ ਕੀਰਤਨ ਦਾ ਆਨੰਦ ਮਾਣਦੇ ਹਾਂ ਜੀ। ਅੱਜ ਕੀਰਤਨ ਦੀ ਸੇਵਾ ਲੈ ਰਹੇ ਨੇ ਗੁਰਪਾਰਸ ਸਿੰਘ ਜੀ ਮੋਹਾਲੀ ਤੋਂ। ਗੁਰਪਾਰਸ ਸਿੰਘ ਜੀ, ਹਾਂਜੀ ਬੇਟਾ ਜੀ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मीठे हर गुण गाओ जिंदू तू
मीठे हर गुण गाओ, मीठे हर गुण गाओ जिनु तुम, मीठे हर गुण गाओ। अंचल गह के साध का तरनाए संसार, अंचल गह के साध का तरनाए संसार, पार ब्रह्म आराध्या उतरे सब परिवार, उतरे सब परिवार, उतरे सब परिवार। मीठे हर गुण गाओ जिनु तुम, मीठे हर गुण गाओ, मीठे हर गुण गाओ जिनु तुम, मीठे हर गुण गाओ। साजन बंद सुमित्र सो, हर नाम हृदय दे, साजन बंद सुमित्र सो, हर नाम हृदय दे, अवगुण सब मिटाय के पर उपकार करे, पर उपकार करे, पर उपकार करे। मीठे हर गुण गाओ जिनु तुम, मीठे हर गुण गाओ, मीठे हर गुण गाओ जिनु तुम, मीठे हर गुण गाओ। माल खजाना थे कर हर के चरण निधान, माल खजाना थे कर हर के चरण निधान, नानक जाचक दर तेरे प्रभु, तुतनो मंगे दान, तुतनो मंगे दान, तुतनो मंगे दान। मीठे हर गुण गाओ जिनु तुम, मीठे हर गुण गाओ, मीठे हर गुण गाओ जिनु तुम, मीठे हर गुण गाओ, मीठे हर गुण गाओ, मीठे हर गुण गाओ। वाहिगुरु जी का खालसा, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਗਗਨਦੀਪ ਸਿੰਘ ਜੀ, ਇਸ ਨੂੰ ਲੈਣਾ ਥੋੜੀ ਦੇਰ 2 ਮਿੰਟ ਲਈ। ਬੇਟਾ ਜੀ ਕੀ ਕਲਾਸ ਹੈ ਤੁਹਾਡੀ? ਗੁਰਪਾਰਥ ਸਿੰਘ ਜੀ ਕਿਹੜੀ ਕਲਾਸ ਹੈ ਤੁਹਾਡੀ? 8th ਕਲਾਸ ਹੈ। ਤੁਸੀਂ ਟਰਸਟ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਨਾਲ ਕਿਵੇਂ ਜੁੜੇ ਹੋ? ਤੁਹਾਨੂੰ ਕੈਂਪ ਦਾ ਪਤਾ ਕਿਵੇਂ ਲੱਗਿਆ? ਫੇਸਬੁੱਕ ਤੋਂ ਦੇਖਿਆ ਸੀ। ਫੇਸਬੁੱਕ ਤੋਂ ਦੇਖਿਆ ਸੀ। ਵੈਰੀ ਗੁੱਡ ਜੀ। ਤੁਸੀਂ ਕੀਰਤਨ ਕਦੋਂ ਤੋਂ ਕਰਨ ਲੱਗੇ ਹੋ?
4 ਸਾਲ ਹੋ ਗਏ। ਅੱਛਾ ਜੀ, ਛੋਟੇ ਹੁੰਦੇ ਲੱਗ ਗਏ। ਤੇ ਕਿੰਨੇ ਕੈਂਪ ਲਾਏ ਹੁਣ ਤੱਕ ਤੁਸੀਂ? ਹਮ, 4 ਹਾਂਜੀ ਬੇਟਾ ਜੀ, 4 4 ਕੈਂਪ ਲਾਏ ਆ। ਹਾਂਜੀ। ਜਿਸ ਦਿਨ ਤੁਹਾਡੀ ਵਾਰੀ ਹੁੰਦੀ ਹੈ ਉਸ ਦਿਨ ਹੀ ਕੈਂਪ ਲਾਉਂਦੇ ਹੋ? ਨਹੀਂ ਜੀ, ਅੱਛਾ। ਮੈਂ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀ, ਜਦ ਮੈਨੂੰ ਪਤਾ ਲੱਗਿਆ ਫਿਰ ਮੈਂ 2 ਕੈਂਪ ਲਏ ਸੀ। ਉਸ ਤੋਂ ਬਾਅਦ ਕੀਰਤਨ ਦੀ ਸੇਵਾ ਲਿੱਤੀ ਸੀ 2 ਕਲਾਸਾਂ 'ਚ। ਅੱਛਾ ਜੀ, ਤੇ ਕੈਂਪ ਅਟੈਂਡ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ? 4 ਮਹੀਨੇ ਹੋ ਗਏ। 4 ਮਹੀਨੇ ਹੋ ਗਏ। ਅੱਛਾ ਜੀ, ਵਧੀਆ ਲੱਗਦਾ ਹੈਗਾ ਕੈਂਪ? ਹਾਂਜੀ। ਤੁਹਾਡੇ ਪਾਪਾ ਕੀ ਕਰਦੇ? ਮੰਮੀ ਪਾਪਾ ਕੀ? ਉਹ ਟੋਯੋਟਾ ਦੀ ਕੰਪਨੀ 'ਚ ਕੰਮ ਕਰਦੇ ਨੇ। ਅੱਛਾ ਜੀ, ਤੇ ਮੰਮਾ ਕਰਨ ਦੇ? ਹਾਂਜੀ। ਠੀਕ ਹੈ ਬੇਟਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ EPP ਸਟੂਡੈਂਟ ਨਾ ਹੁੰਦੇ ਹੋਏ ਵੀ ਤੁਸੀਂ 4 ਮਹੀਨਿਆਂ ਤੋਂ ਲਗਾਤਾਰ ਜਿਹੜਾ ਉਹ ਕੈਂਪ ਲਗਾ ਰਹੇ ਹੋ, ਤੇ ਨਾਲ ਦੀ ਨਾਲ ਆਪਣੇ ਆਪ ਜਪ ਦੀ ਸੇਵਾ, ਕੀਰਤਨ ਦੀ ਸੇਵਾ ਵੀ ਲੈ ਰਹੇ ਹੋ। ਬਹੁਤ ਬਹੁਤ ਧੰਨਵਾਦ ਜੀ ਬੇਟਾ ਜੀ, ਇਸੇ ਤਰ੍ਹਾਂ ਜੁੜੇ ਰਹੋ। ਅਗਰ ਕੋਈ ਕਿਸੇ ਹੈਲਪ ਦੀ ਲੋੜ ਹੈ ਤਾਂ ਜ਼ਰੂਰ ਤੁਸੀਂ ਕੰਟੈਕਟ ਕਰਨਾ ਦਫ਼ਤਰ ਦੇ ਵਿੱਚ, ਜਾਂ ਕਿਸੇ ਵੀ ਨਾਲ ਜਿਹਦੇ ਨਾਲ ਤੁਹਾਡੇ ਕੋਈ ਨੇੜੇ ਜਾਣ ਪਛਾਣ ਹੈ, ਜਾਂ ਦਫ਼ਤਰ ਦੇ ਵਿੱਚ ਜ਼ਰੂਰ ਕੰਟੈਕਟ ਕਰੋ ਜੇ ਤੁਹਾਨੂੰ ਕਿਸੇ ਹੈਲਪ ਦੀ ਲੋੜ ਹੈ ਤਾਂ। ਸੋ ਬਹੁਤ ਬਹੁਤ ਧੰਨਵਾਦ ਜੀ। ਅੱਜ ਸਾਡੇ ਨਾਲ ਜੁੜ ਚੁੱਕੇ ਹਨ ਭਾਈ ਮਨਪ੍ਰੀਤ ਸਿੰਘ ਜੀ, ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਉਹਨਾਂ ਦਾ ਸਵਾਗਤ ਹੈ ਜੀ। ਕਿ ਉਹਨਾਂ ਦਾ ਵਿਸ਼ਾ ਵੀ ਹੈ ਅੱਜ ਅਰਦਾਸ ਦਾ ਸੰਕਲਪ। ਸੋ ਵੀਰ ਜੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਵਿਸ਼ਾ ਬੱਚਿਆਂ ਦੇ ਨਾਲ ਸਾਡੇ ਨਾਲ ਸਾਂਝਾ ਕਰਨਗੇ। ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਜੀ ਆਵਾਜ਼ ਮੇਰੀ ਆ ਰਹੀ ਜੀ? ਹਾਂਜੀ ਹਾਂਜੀ ਆ ਰਹੀ ਵੀਰ ਜੀ। ਠੀਕ ਹੈ ਜੀ, ਧੰਨਵਾਦ ਜੀ, ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤੇ ਵਧਾਈ ਦੇ ਪਾਤਰ ਹੋ ਤੁਸੀਂ। ਐਜੂਕੇਟਡ ਪੰਜਾਬ ਪ੍ਰੋਜੈਕਟ ਦਾ ਮੈਂ ਧੰਨਵਾਦ ਕਰਦਾ। ਬੜਾ ਸੋਹਣਾ ਇਹ ਉਪਰਾਲਾ ਵਾ ਜਿਹੜਾ ਹਰੇਕ ਵਰਗ ਬੱਚਿਆਂ ਨੂੰ, ਨੌਜਵਾਨਾਂ ਨੂੰ ਜਾਂ ਵਡੇਰੀ ਉਮਰ ਦੇ ਆਨਲਾਈਨ ਸਿਸਟਮ ਦੇ ਰਾਹੀਂ ਗੁਰਮਤਿ ਦੇ ਨਾਲ ਜੋੜਨ ਦਾ। ਜਿਵੇਂ ਛੋਟੇ ਛੋਟੇ ਬੱਚਿਆਂ ਨੇ ਕੀਰਤਨ ਕੀਤਾ ਜਾਂ ਸਿਮਰਨ ਕਰਵਾਇਆ, ਬਹੁਤ ਵਧੀਆ। ਇੱਕ ਮਨ ਨੂੰ ਸ਼ਾਂਤੀ ਵੀ ਆਉਂਦੀ ਆ। ਤੇ ਦੂਸਰਾ ਜਿਹੜਾ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਬੱਚੇ ਗੁਰਸਿੱਖੀ ਤੋਂ ਦੂਰ ਜਾ ਰਹੇ ਆ, ਉਸ ਸੰਬੰਧੀ ਵੀ ਸਾਨੂੰ ਥੋੜ੍ਹਾ ਜਿਹਾ ਇਹਨਾਂ ਬੱਚਿਆਂ ਨੂੰ ਵੇਖ ਕੇ, ਜਾਂ ਜਿਵੇਂ ਬੱਚੇ ਗੁਰਮਤਿ ਦੇ ਨਾਲ ਜੁੜੇ ਆ, ਸਿੱਖਿਆ ਪ੍ਰਾਪਤ ਕਰ ਰਹੇ ਆ, ਸਾਨੂੰ ਤਸੱਲੀ ਵੀ ਆਉਂਦੀ ਹੈ ਕਿ ਨਹੀਂ, ਕਿ ਬੱਚੇ ਸਾਰੇ ਦੂਰ ਨਹੀਂ, ਇਹਦੇ ਨਾਲ ਟੱਚ ਵੀ ਹੈ। ਜਿਵੇਂ ਇਹ ਕਰੋਨਾ ਵਾਇਰਸ ਦਾ ਸਮਾਂ ਵੀ ਚੱਲਦਾ ਰਿਹਾ, ਇਹ ਦਰਮਿਆਨ ਵੀ ਸਕੂਲ ਵੀ ਬੰਦ ਹੋ ਗਏ, ਕਾਰੋਬਾਰ ਵੀ ਬੰਦ ਹੋ ਗਿਆ। ਤੁਹਾਡਾ ਇਹ ਉਪਰਾਲਾ ਬਹੁਤ ਸੋਹਣਾ, ਵੱਖ ਵੱਖ ਸੰਸਥਾਵਾਂ ਵੱਲੋਂ ਇਹ ਸਾਰਾ ਉਪਰਾਲਾ ਜਿਹੜਾ ਕੀਤਾ ਜਾਂਦਾ ਰਿਹਾ। ਤੇ ਭਾਈ ਸਰਬਜੀਤ ਸਿੰਘ ਜੀ ਅਜਨਾਲਾ, ਉਹਨਾਂ ਦੇ ਨਾਲ ਸੰਪਰਕ ਸੀ ਦਾਸ ਦਾ ਵੀ। ਤੇ ਅੱਜ ਜੇ ਤੁਹਾਡੇ ਨਾਲ ਇਹ ਮੁਲਾਕਾਤ ਹੋਈ ਆ ਜਾਂ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਬਣਿਆ, ਤਾਂ ਵੀਰ ਸਰਬਜੀਤ ਸਿੰਘ ਹੋਣਾ ਦੇ ਜ਼ਰੀਏ ਬਣਿਆ। ਅੱਜ ਮੇਰਾ ਬੋਲਣ ਦਾ ਜਿਹੜਾ ਵਿਸ਼ਾ ਅਰਦਾਸ ਦਾ ਸੰਕਲਪ। ਗੁਰਮਤਿ ਦੇ ਵਿੱਚ ਅਰਦਾਸ ਦੀ ਅਹਿਮੀਅਤ, ਮਹਾਨਤਾ ਬੜੀ ਹੈ। ਕੋਈ 2 ਟਾਈਮ ਜਾਂ 1 ਟਾਈਮ ਜਦੋਂ ਵੀ ਕੋਈ ਸਮਾਂ ਬਣਦਾ ਹੈ ਤੇ 2 ਟਾਈਮ ਵੀ ਆਪਾਂ ਅੰਮ੍ਰਿਤ ਵੇਲੇ ਵੀ, ਨਿਤਨੇਮ ਤੋਂ ਬਾਅਦ, ਜਾਂ ਸ਼ਾਮਾਂ ਦੇ ਸਮੇਂ ਸੋਦਰ ਦੀ ਬਾਣੀ ਤੋਂ ਬਾਅਦ ਅਰਦਾਸ ਅਸੀਂ ਕਰਦੇ ਹਾਂ। ਜਾਂ ਜਦੋਂ ਵੀ ਕਿਤੇ ਸਮਾਂ ਬਣਦਾ ਹੈ, ਅਕਾਲ ਪੁਰਖ ਦੇ, ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ। ਫਿਲਾਸਫੀ ਜਾਂ ਗੁਰਮਤਿ ਦੇ ਨਜ਼ਰੀਏ ਤੋਂ ਬਹੁਤ ਜ਼ਿਆਦਾ ਮਹੱਤਵ ਹੈ, ਮਨੋਰਥ ਹੈ ਅਰਦਾਸ ਦਾ। ਜਦੋਂ ਮੈਂ ਪੜ੍ਹਿਆ ਅਰਦਾਸ ਦੇ ਬਾਰੇ, ਤੇ ਕਿ ਅਰਦਾਸ ਹੈ ਕੀ, ਕਿਵੇਂ ਕਰਦੇ ਆ, ਅਰਦਾਸ ਹੈ ਕੀ ਜਾਂ ਕਿੱਦਾਂ ਕੀਤੀ ਜਾਂਦੀ ਹੈ, ਤੇ ਡਾਕਟਰ ਜਸਵੰਤ ਸਿੰਘ ਨੇਕੀ ਹੋਣਾ ਦੀ ਇੱਕ ਕਿਤਾਬ ਆਉਂਦੀ ਹੈ। ਉਹਨਾਂ ਨੇ
ਪਹਿਲਾਂ ਤੇ ਛੋਟੀ ਜਿਹੀ ਕਿਤਾਬ ਸੀ, ਹੁਣ ਉਹਦਾ ਰੂਪ ਬਹੁਤ ਵੱਡਾ ਹੋ ਗਿਆ। ਵਿਸ਼ਵ ਦੀ ਅਰਦਾਸ, ਤੇ ਉਹਦੇ ਵਿੱਚ ਉਹਨਾਂ ਨੇ ਆਰੰਭ 'ਚ ਹੀ ਕਿਤਾਬ ਦੀ ਇੱਕ ਸਾਖੀ ਲਿਖੀ ਹੈ, ਅਰਦਾਸ ਹੈ ਕੀ। ਕਹਿੰਦੇ ਵੀ ਇੱਕ ਜਿਹੜਾ ਬੱਕਰੀਆਂ ਭੇਡਾਂ ਨੂੰ ਚਾਰਨ ਵਾਲਾ, ਉਹ ਆਪਣੀਆਂ ਬੱਕਰੀਆਂ ਭੇਡਾਂ ਨੂੰ ਚਾਰਦਾ ਕਿਤੇ ਲਿਵ ਲੱਗ ਗਈ ਪ੍ਰਮਾਤਮਾ ਦੇ ਨਾਲ, ਤੇ ਆਪਣੀਆਂ ਬੱਕਰੀਆਂ ਭੇਡਾਂ ਨੂੰ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਬਿਠਾ ਕੇ ਤੇ ਆਪ ਵੀ ਇੱਕ ਜਗ੍ਹਾ ਤੇ ਬਹਿ ਗਿਆ। ਹੁਣ ਕੱਪੜੇ ਉਹਦੇ ਬਿਲਕੁਲ ਲਿਬੜੇ ਹੋਏ ਆ, ਤੇ ਉਹ ਲਿਖਦੇ ਆ ਕਿ ਬੈਠਿਆਂ ਉਹਨਾਂ ਦੇ ਮਨ ਦੇ ਅੰਦਰੋਂ ਇੱਕ ਵਲਵਲਾ, ਇੱਕ ਅੰਦਰੋਂ ਤਾਂਘ, ਇੱਕ ਅੰਦਰ ਦੀ ਭਾਵਕਤਾ ਪੈਦਾ ਹੋਈ, ਤੇ ਅੰਦਰੋਂ ਬੋਲ ਰਿਹਾ, ਕਹਿੰਦੇ ਵੀ ਪ੍ਰਮਾਤਮਾ ਜੇ ਤੂੰ ਮੇਰੇ ਸਾਹਮਣੇ ਹੋਵੇਂ ਤੇ ਮੈਂ ਤੈਨੂੰ ਨਵਾਵਾਂ, ਤੇਰੇ ਕੱਪੜੇ ਧੋਵਾਂ, ਆਪਣੇ ਬੱਕਰੀਆਂ ਦਾ ਤੈਨੂੰ ਦੁੱਧ ਪਿਆਵਾਂ, ਵੀ ਤੈਨੂੰ ਭੁੱਖ ਲੱਗੀ ਹੋਵੇਗੀ। ਤੇ ਜਦੋਂ ਆਂਦੀ ਵੀ ਉਹਨਾਂ ਦੇ ਲਾਗਿਓ ਦੀ ਮੂਸਾ, ਹਜ਼ਰਤ ਮੂਸਾ ਜੀ ਜਿਹਨਾਂ ਨੂੰ ਕਿਹਾ ਜਾਂਦਾ, ਯਹੂਦੀਆਂ ਦੇ ਪੈਗੰਬਰ, ਉਹ ਲੰਘ ਰਹੇ ਸੀ, ਤੇ ਲੰਘਦਿਆਂ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਨਾ ਕਿ ਇੱਕ ਗਰੀਬ ਜਾਂ ਗੰਦੇ ਜਿਹੇ ਕੱਪੜੇ ਉਹਦੇ, ਤੇ ਇਹ ਗੱਲ ਕਹਿ ਰਿਹਾ ਰੱਬ ਨੂੰ, ਜਿਹੜਾ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ, ਜਿੰਨੇ ਸੁੰਦਰ ਕੱਪੜੇ ਸਾਨੂੰ ਦੇਣੇ ਆ, ਜਿਹੜਾ ਨਹਾਉਣ ਵਾਸਤੇ ਸਾਡੇ ਦੇ ਲਈ ਪਾਣੀ ਦਾ ਪ੍ਰਬੰਧ ਕਰਦਾ, ਜਾਂ ਖਾਣ ਪੀਣ ਵਾਸਤੇ ਸਾਰਾ ਸਾਡਾ ਪ੍ਰਬੰਧ ਕਰਦਾ, ਇੱਕ ਗਰੀਬ ਜਿਹਾ ਬੰਦਾ ਜਿਹਦੇ ਕੋਲ ਕੁਝ ਨਹੀਂ, ਤੇ ਪ੍ਰਮਾਤਮਾ ਨੂੰ ਕਹਿੰਦਾ ਵੀ ਤੇਰੇ ਕੱਪੜੇ ਧੋਵਾਂ, ਜਾਂ ਤੈਨੂੰ ਭੁੱਖ ਲੱਗੀ ਹੋਵੇਗੀ, ਤੈਨੂੰ ਆਪਣੀ ਬੱਕਰੀਆਂ ਨੂੰ ਦੁੱਧ ਪਿਆਵਾਂ। ਜਦੋਂ ਇੰਨੀ ਗੱਲ ਸੁਣੀ ਤੇ ਹਜ਼ਰਤ ਮੂਸੇ ਨੇ ਆ ਕੇ ਉਹ ਗਰੀਬ ਦੇ ਵਿਚਾਰੇ ਦੇ ਮੂੰਹ ਤੇ ਚਪੇੜ ਮਾਰ ਦਿੱਤੀ, ਤੇ ਜਦੋਂ ਚਪੇੜ ਮਾਰੀ ਉਹਦੀ ਅੰਦਰ ਦੀ ਲਿਵ ਲੱਗੀ ਸੀ, ਉਹ ਲਿਖਦੇ ਵੀ ਅੱਖਾਂ ਉਹਦੀਆਂ ਬੰਦ, ਲਿਵ ਲੱਗੀ ਸੀ ਅੰਦਰੋਂ, ਅਰਦਾਸ ਜਾਣੀ ਕਿ ਜਿੱਦਾਂ ਗੱਲਾਂ ਕਰਦਾ ਸੀ ਪ੍ਰਮਾਤਮਾ ਦੇ ਨਾਲ, ਇੱਕਦਮ ਅੱਖਾਂ ਖੁੱਲ ਗਈਆਂ, ਲੱਗੀ ਲਿਵ ਜਿਹੜੀ ਉਹ ਟੁੱਟ ਗਈ। ਜਦੋਂ ਲਿਵ ਟੁੱਟੀ ਉਸੇ ਵੇਲੇ ਆਕਾਸ਼ਵਾਣੀ ਰੱਬ ਵੱਲੋਂ ਹੋਈ, ਤੇ ਹਜ਼ਰਤ ਮੂਸੇ ਨੂੰ ਰੱਬ ਨੇ ਆਖਿਆ ਵੀ ਤੈਨੂੰ ਮੈਂ ਦੁਨੀਆ ਦੇ ਵਿੱਚ ਭੇਜਿਆ ਵਾ, ਦੁਨੀਆ ਦੇ ਲੋਕਾਂ ਨੂੰ ਮੇਰੇ ਨਾਲ ਜੋੜਨ ਵਾਸਤੇ, ਨਾ ਕਿ ਤੋੜਨ ਵਾਸਤੇ। ਕਿ ਜਿਹੜੀ ਇਹਦੀ ਲਿਵ ਲੱਗੀ ਸੀ, ਇਹ ਅੰਦਰੋਂ ਬੋਲ ਰਿਹਾ ਸੀ, ਉਹ ਪ੍ਰਮਾਤਮਾ ਜਾਂ ਮੇਰੇ ਨਾਲ ਇਹ ਗੱਲਾਂ ਕਰ ਰਿਹਾ ਸੀ, ਇਹ ਮੇਰੇ ਨਾਲ ਜੁੜਿਆ ਹੋਇਆ, ਤੇ ਤੂੰ ਜਾ ਕੇ ਉਹਨੂੰ ਜਦੋਂ ਹਿਲਾ ਦਿੱਤਾ, ਝੰਜੋੜ ਦਿੱਤਾ, ਜਾਂ ਚਪੇੜ ਮੂੰਹ ਤੇ ਮਾਰ ਦਿੱਤੀ, ਤੇ ਉਹ ਬਿਲਕੁਲ ਮੇਰੇ ਨਾਲ ਟੁੱਟ ਗਿਆ। ਉੱਥੇ ਗੱਲ ਉਹ ਬੜੀ ਸੋਹਣੀ ਲਿਖਦੇ ਆਂਦੇ ਵੀ ਇਸੇ ਤਰ੍ਹਾਂ ਜਦੋਂ ਅੰਦਰੋਂ ਅਸੀਂ ਭਿੱਜ ਕੇ ਪ੍ਰਮਾਤਮਾ ਦੇ ਨਾਲ ਗੱਲਾਂ ਕਰਦੇ ਹਾਂ, ਕਿਉਂਕਿ ਉਹ ਸਾਡਾ ਮਾਂ ਵੀ ਹੈ, ਸਾਡਾ ਬਾਪ ਵੀ ਹੈ, ਸਾਡਾ ਭੈਣ ਭਰਾ ਵੀ ਹੈ, ਸਾਡੇ ਜਿੰਨੇ ਵੀ ਰਿਸ਼ਤੇ ਨਾਤੇ ਹੈ, ਉਹ ਸਾਰੇ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਉਹਨੂੰ ਭਰਾਤਾ ਵੀ ਆਖਿਆ ਗਿਆ, ਮਾਂ ਬਾਪ ਵੀ ਆਖਿਆ ਗਿਆ, ਹੋਰ ਜਿੰਨੇ ਵੀ ਸਾਡੇ ਰਿਸ਼ਤੇ ਦੁਨਿਆਵੀ ਹੈ, ਜਿਹੜੇ ਰੱਬ ਦੇ ਪਿਆਰੇ ਆ, ਉਹ ਰੱਬ ਦੇ ਨਾਲ ਸਾਰੇ ਰਿਸ਼ਤੇ ਬਣਾ ਕੇ ਰੱਖਦੇ ਆ। ਤੇ ਇਸੇ ਤਰ੍ਹਾਂ ਉਹ ਲਿਖਦੇ ਆ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਅੰਦਰੋਂ ਗੱਲਾਂ ਕਰਦੇ ਹਾਂ, ਉਹ ਸਮਝੋ ਇੱਕ ਅਰਦਾਸ ਹੈ, ਅੰਦਰ ਦੀ ਬੇਬਲਤਾ ਅਸੀਂ ਜਦੋਂ ਪ੍ਰਮਾਤਮਾ ਨੂੰ ਦੱਸਦੇ ਹਾਂ। ਤੇ ਬੜਾ ਸੋਹਣਾ ਉਹਨਾਂ ਨੇ ਕਿਹਾ ਵੀ ਅਰਦਾਸ ਇਹ ਹੈ ਕਿ ਅੰਦਰੋਂ ਅਸੀਂ ਪੁਕਾਰ ਕੇ ਉਹ ਰੱਬ ਦੇ ਨਾਲ ਗੱਲਾਂ ਕਰਨੀਆਂ। ਉਹਦੇ ਵਾਸਤੇ ਉਹਨਾਂ ਨੇ ਕੋਈ ਸ਼ਬਦਾਵਲੀ ਨਹੀਂ ਆਖਿਆ ਵੀ ਆਹ ਸ਼ਬਦਾਵਲੀ ਠੇਠ ਕੋਈ ਹੋਵੇਗੀ, ਤੇ ਇਸੇ ਦੇ ਨਾਲ ਹੀ ਅਰਦਾਸ ਹੋ ਸਕਦੀ ਹੈ। ਜਿਹੜੇ ਵੀ ਤਰੀਕੇ ਦੇ ਨਾਲ, ਜਿਹੜੀ ਵੀ ਸ਼ਬਦਾਵਲੀ ਦੇ ਨਾਲ, ਬੋਲਾਂ ਦੇ ਨਾਲ ਅਸੀਂ ਰੱਬ ਦੇ ਅੱਗੇ ਆਪਣੀ ਗੱਲ ਰੱਖ ਸਕੀਏ, ਜਾਂ ਰੱਬ ਦੇ ਨਾਲ ਅਸੀਂ ਗੱਲਾਂ ਕਰ ਸਕੀਏ। ਇੱਕ ਗੁਰਬਾਣੀ ਦੇ ਵਿੱਚ ਪੰਕਤੀ ਵੀ ਅਸੀਂ ਪੜ੍ਹਦੇ ਆ ਨਾ, ਸਾਹਿਬ ਜੀ ਆਖਦੇ ਆ ਨਾ, ਸਤਿਗੁਰੂ ਵੀ ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਜੀਭੇ ਬਾਝੋਂ ਬੋਲਣਾ, ਬਿਨ ਹੱਥਾਂ ਕਰਨਾ। ਉਹ ਜਦੋਂ ਅਸੀਂ ਉਹ ਪੰਕਤੀ ਨੂੰ ਗੌਰ ਦੇ ਨਾਲ ਪੜਾਂਗੇ ਤੇ ਉਹਦੇ ਵਿੱਚੋਂ ਅਰਦਾਸ ਦੀ ਇੱਕ ਝਲਕ ਦਿਸੇਗੀ। ਅੱਖਾਂ ਤੋਂ ਬਿਨਾਂ, ਕੰਨਾਂ ਤੋਂ ਬਿਨਾਂ, ਜ਼ਬਾਨ ਤੋਂ ਬਿਨਾਂ, ਹੱਥਾਂ ਤੋਂ ਬਿਨਾਂ, ਹੁਣ ਸੰਸਾਰਕ ਤੌਰ ਤੇ ਇਹਨਾਂ ਚੀਜ਼ਾਂ ਤੋਂ ਬਿਨਾਂ ਕੁਝ ਹੋ ਤੇ ਨਹੀਂ ਸਕਦਾ। ਅੱਖਾਂ ਤੋਂ ਬਿਨਾਂ ਵੇਖ ਨਹੀਂ ਸਕਦੇ, ਤੇ ਜ਼ਬਾਨ ਤੋਂ ਬਿਨਾਂ ਅਸੀਂ ਬੋਲ ਨਹੀਂ ਸਕਦੇ, ਤੇ ਕੰਨਾਂ ਤੋਂ ਬਿਨਾਂ ਸੁਣ ਨਹੀਂ ਸਕਦੇ। ਪਰ ਜਿਹੜੀ ਪ੍ਰਮਾਤਮਾ ਦੀ ਰੂਹਾਨੀਅਤ ਆਵਾਜ਼ ਹੈ, ਜਾਂ ਅੰਦਰ ਦੀ ਆਵਾਜ਼ ਹੈ, ਉਹ ਅਸੀਂ ਕੰਨਾਂ ਤੋਂ ਬਿਨਾਂ ਵੀ ਸੁਣ ਸਕਦੇ ਹਾਂ, ਤੇ ਰੱਬ ਨੂੰ ਜ਼ਬਾਨ ਤੋਂ ਬਿਨਾਂ ਯਾਦ ਵੀ ਕਰ ਸਕਦੇ ਹਾਂ, ਜਪ ਵੀ ਸਕਦੇ ਹਾਂ, ਉਹਨੂੰ ਬੁਲਾ ਵੀ ਸਕਦੇ ਹਾਂ। ਅੱਖਾਂ ਤੋਂ ਬਿਨਾਂ ਪ੍ਰਮਾਤਮਾ ਨੂੰ ਦੇਖ ਵੀ ਸਕਦੇ ਹਾਂ, ਤੇ ਹੱਥਾਂ ਤੋਂ ਬਿਨਾਂ ਉਸ ਪ੍ਰਮਾਤਮਾ ਨੂੰ ਛੂਹ ਵੀ ਸਕਦੇ ਹਾਂ। ਤੇ ਇਸੇ ਤਰ੍ਹਾਂ
ਜਦੋਂ ਮੈਂ ਅਰਦਾਸ ਦੇ ਅਰਥ ਪੜ੍ਹੇ ਨਾ ਵੀ ਅਰਦਾਸ ਦਾ ਅਰਥ ਹੈ ਕੀ, ਇਹ ਤੇ ਹੋ ਗਿਆ ਵੀ ਅਰਦਾਸ ਆਪਾਂ ਕਿਵੇਂ ਔਰ ਅਰਦਾਸ ਕੀ ਹੈ। ਤੇ ਦੂਸਰਾ ਆ ਗਿਆ ਵੀ ਅਰਦਾਸ ਦਾ ਅਰਥ ਕੀ ਹੈ। ਭਾਈ ਕਾਹਨ ਸਿੰਘ ਨਾਭਾ ਜੀ ਉਹਨਾਂ ਨੇ ਬੜਾ ਸੋਹਣਾ ਲਿਖਿਆ ਹੈ। ਆਂਦੇ ਅਰਦਾਸ ਕੋਈ ਕਹਿੰਦਾ ਵੀ ਫਾਰਸੀ ਦੇ ਵਿੱਚੋਂ ਨਿਕਲੀ ਸ਼ਬਦ ਵਿੱਚੋਂ, ਕੋਈ ਕਹਿੰਦਾ ਵੀ ਸੰਸਕ੍ਰਿਤ ਭਾਸ਼ਾ ਦਾ ਇਹ ਸ਼ਬਦ ਹੈ। ਤੇ ਜੇ ਫਾਰਸੀ ਵਾਲਿਆਂ ਨੇ ਕਿਹਾ, ਉਹਨਾਂ ਕਿਹਾ ਵੀ ਅਰਜ ਦਾਸਤ, ਅਰਜ ਤੋਂ ਭਾਵ ਹੁੰਦਾ ਅਰਜ਼ੋਈ, ਬੇਨਤੀ, ਤੇ ਦਾਸ ਤੋਂ ਭਾਵ ਹੁੰਦਾ ਵੀ ਕਿਸੇ ਦੇ ਅੱਗੇ ਰੱਖਣਾ, ਕਿ ਆਪਣੀ ਗੱਲ ਨੂੰ ਜਾਂ ਆਪਣੀ ਬੇਨਤੀ ਨੂੰ ਕਿਸੇ ਦੇ ਅੱਗੇ ਰੱਖ ਦੇਣਾ, ਤੇ ਉਹ ਬਣ ਗਿਆ ਅਰਦਾਸ। ਤੇ ਸੰਸਕ੍ਰਿਤ ਵਾਲੇ ਵੀ ਇਹੀ ਗੱਲ ਕਹਿੰਦੇ ਕਿ ਅਰਧ ਧਾਤੂ ਜੇ ਤੋਂ ਅਗਾਂਹ ਕੋਈ ਚੀਜ਼ ਬਣਦੀ ਹੋਵੇ, ਜਿਵੇਂ ਸੋਨਾ ਕੱਚਾ ਹੁੰਦਾ ਹੈ, ਤੇਲ ਕੱਚਾ ਹੋਵੇ, ਉਦੋਂ ਅਗਾਂਹ ਉਹਨੂੰ ਸੋਧਿਆ ਜਾਂਦਾ ਹੈ। ਇਸੇ ਤਰ੍ਹਾਂ ਉਹ ਕਹਿੰਦੇ ਅਰਧ ਧਾਤੂ ਤੋਂ ਅਗਾਂਹ ਜਿਹੜਾ ਹੈ, ਅਰਧਨ ਤੋਂ ਅਰਦਾਸ ਸ਼ਬਦ ਨਿਕਲਦਾ ਹੈ। ਭਾਵੇਂ ਕਿਸੇ ਵੀ ਭਾਸ਼ਾ ਦੇ ਵਿੱਚੋਂ ਨਿਕਲਿਆ ਹੋਵੇ, ਕਿਸੇ ਵੀ ਬੋਲੀ ਦੇ ਵਿੱਚੋਂ ਨਿਕਲਿਆ ਹੋਵੇ, ਪਰ ਜਦੋਂ ਇਹਨੂੰ ਅਸੀਂ ਗੁਰਮਤਿ ਦੇ ਨਜ਼ਰੀਏ ਦੇ ਨਾਲ ਵੇਖਦੇ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਅਰਦਾਸ ਤੋਂ ਹੀ ਅਸੀਂ ਆਰੰਭ ਕਰਦੇ ਹਾਂ, ਤੇ ਅਰਦਾਸ ਤੇ ਆ ਕੇ ਅੱਜ ਜੀਵਨ ਸਾਡਾ ਚੱਲੀ ਜਾਂਦਾ ਹੈ। ਕਿਉਂਕਿ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਉਦੋਂ ਵੀ ਇੱਕ ਅਰਦਾਸ ਹੀ ਹੈ। ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ ਕਿ ਜਦੋਂ ਪਰਮਾਤਮਾ ਦੇ ਹੁਕਮ ਦੇ ਨਾਲ ਇਹਦਾ ਸਰੀਰ ਬਣਦਾ ਪਰਮਾਤਮਾ ਮਾਤਾ ਦੇ ਪੇਟ ਵਿੱਚ, ਤੇ ਮਾਤਾ ਦੇ ਪੇਟ ਵਿੱਚ ਇਹਦੀ ਲਿਵ ਲੱਗੀ ਹੈ ਉਸ ਪਰਮਾਤਮਾ ਦੇ ਨਾਲ, ਤੇ ਅਰਦਾਸਾਂ ਹੀ ਕਰਦਾ ਕਿ ਮੈਨੂੰ ਇਸ ਕਾਲ ਕੋਠੜੀ ਦੇ ਵਿੱਚੋਂ ਬਾਹਰ ਕੱਢ, ਤਾਂ ਜੋ ਬਾਹਰ ਜਾ ਕੇ ਮੈਂ ਤੇਰਾ ਨਾਂ ਜਪਾਂ। ਤੇ ਉੱਥੇ ਸਾਹਿਬ ਜੀ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਕਿ ਜਦੋਂ ਲਿਵ ਜਿਹੜੀ ਲੱਗੀ ਸੀ ਅੱਜ ਮਾਂ ਦੇ ਪੇਟ ਵਿੱਚੋਂ ਗਰਭ ਵਿੱਚੋਂ ਬਾਹਰ ਆਇਆ, ਤੇ ਆ ਕੇ ਜਦੋਂ ਸੰਸਾਰ ਦੇ ਵਿੱਚ ਦੇਖਿਆ ਤੇ ਸੰਸਾਰ ਦੀ ਮਾਇਆ ਨੇ ਇਹਨੂੰ ਆਪਣੇ ਵਿੱਚ ਜਕੜ ਲਿਆ। ਹੁਣ ਜਿਹੜੀ ਪਰਮਾਤਮਾ ਲਿਵ ਲੱਗੀ ਉਹ ਅਰਦਾਸ ਸੀ, ਜਿਹੜੀਆਂ ਗੱਲਾਂ ਕਰਦਾ ਸੀ ਮਾਂ ਦੇ ਪੇਟ ਵਿੱਚ ਰੱਬ ਦੇ ਨਾਲ ਅਰਦਾਸ ਜਿਹੜੀ ਕਰਦਾ ਹੈ, ਅੱਜ ਉਹ ਟੁੱਟ ਗਈ ਤੇ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੀ ਜਿਹੜੀ ਤ੍ਰਿਸ਼ਨਾ ਜਾਂ ਮਾਇਆ ਜਾਂ ਹਉਮੈ, ਇਹ ਸਭ ਕੁਝ ਇਹਦੇ ਅੰਦਰ ਪ੍ਰਵੇਸ਼ ਕਰ ਜਾਂਦੀ। ਸੋ ਗੁਰਮਤਿ ਦੇ ਅੰਦਰ ਆਰੰਭ ਤੋਂ ਲੈ ਕੇ ਬੰਦੇ ਦੇ ਅਖੀਰ ਤੱਕ ਇਹ ਕਹਾਂ ਵੀ ਅਰਦਾਸ ਹੀ ਕੰਮ ਹੈ। ਦੂਜਾ, ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਬੜੇ ਗੁਰਬਾਣੀ ਨੂੰ ਪੜ੍ਹਨ ਵਾਲੇ, ਗੁਰਬਾਣੀ ਨੂੰ ਸਰਵਣ ਕਰਨ ਵਾਲੇ ਇਸ ਮੀਡੀਆ ਦੇ ਰਾਹੀਂ ਆਪਾਂ ਜੁੜੇ ਹਾਂ, ਕਲਾਸ ਲਾ ਰਹੇ ਹਾਂ। ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਜਦੋਂ ਇਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਪੜ੍ਹਦੇ ਹਾਂ, ਚਾਹੇ ਉਹ ਲੁਕਵੇਂ ਰੂਪ ਦੇ ਵਿੱਚ ਹੋਵੇ ਤੇ ਚਾਹੇ ਗੁਰੂ ਸਾਹਿਬ ਜੀ ਨੇ ਉਹਦੇ ਭਾਵ ਨੂੰ ਛੁਪਾਇਆ ਹੋਵੇ, ਹੈ ਸਾਰੀ ਗੁਰਬਾਣੀ ਇੱਕ ਅਰਦਾਸ ਦਾ ਰੂਪ ਹੈ। ਔਰ ਅਰਦਾਸ ਹੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ ਕੀਤੀ ਗਈ ਹੈ ਆਪਣੇ ਜੀਵਨ ਨੂੰ ਸਵਾਰਨ ਵਾਸਤੇ। ਤੇ ਗੁਰਬਾਣੀ ਦੇ ਅੰਦਰ ਅਰਦਾਸ ਦੇ ਇਨ ਭਿੱਦ ਭਾਵ ਕਿ ਜਿਹੜਾ ਅਰਦਾਸ ਸ਼ਬਦ ਹੈ ਇਹਦੇ ਨਾਲ ਹੀ ਮਿਲਦੇ ਹੋਏ ਸ਼ਬਦ ਜਿਹੜੇ ਹੈ ਸਤਿਗੁਰਾਂ ਨੇ ਰੱਖਿਆ, ਬਿਨੋ, ਬੇਨਤੀ, ਅਰਜ, ਅਰਦਾਸਾ। ਇਹ 3-4 ਸ਼ਬਦ ਜਿਹੜੇ ਹੈ ਅਰਦਾਸ ਦਾ ਰੂਪ ਹੀ ਹੈ, ਅਰਦਾਸ ਵਰਗੀ ਹੀ ਹੈ। ਬਿਨੋ, ਬੇਨਤੀ, ਅਰਜ ਜਾਂ ਅਰਦਾਸਾ ਹੈ ਉਸੇ ਦਾ ਰੂਪ ਹੈ, ਪਰ ਇਹਦਾ ਮਿਹਣਾ ਇੱਕੋ ਹੀ ਬਣੇਗਾ, ਭਾਵੇਂ ਕਿ ਇਹਨਾਂ ਦੇ ਲਿਖਣ ਦੇ ਵਿੱਚ ਔਰ ਇਹਨਾਂ ਦੇ ਅਰਥਾਂ ਦੇ ਵਿੱਚ ਥੋੜੀ ਜਿਹੀ ਭਿੰਨ ਭੇਦ ਰੱਖੇ। ਜਾਂ ਜਿਸ ਮਾਨੁਖ ਪੈ ਕਰੋ ਬੇਨਤੀ, ਇੱਥੇ ਬੇਨਤੀ ਆ ਗਿਆ, ਜਗ ਅਰਜ ਗੁਫਤਮ ਪੇਸ਼ ਤੋਦਰ ਅਰਜ ਆ ਗਿਆ। ਇਸ ਤਰੀਕੇ ਦੇ ਨਾਲ ਜਾਣੀ ਕਿ ਅਰਦਾਸ ਦੇ ਇਨ ਭਿੱਦ ਸ਼ਬਦ ਜਿਹੜੇ ਆ ਕਾਫੀ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਵਰਤੇ। ਤੇ ਜਦੋਂ ਅਸੀਂ ਅਰਦਾਸ ਦਾ ਮਨੋਰਥ ਪੜ੍ਹਦੇ ਹਾਂ ਤੇ ਮਹੱਤਵ ਪੜ੍ਹਦੇ ਹਾਂ ਕਿ ਅਰਦਾਸ ਦਾ ਮਨੋਰਥ ਕਿੰਨਾ ਕੁ ਹੈ ਸਾਡੇ ਜੀਵਨ ਦੇ ਅੰਦਰ, ਇਹਦਾ ਮਹੱਤਵ ਕਿੰਨਾ ਕੁ ਹੈ ਸਾਡੇ ਸੰਸਾਰਕ ਜੀਵਨ ਦੇ ਅੰਦਰ ਜਾਂ ਧਾਰਮਿਕ ਜੀਵਨ ਦੇ ਅੰਦਰ। ਬੜੇ ਸਾਹਿਤ, ਬੜੇ ਧਰਮ ਜਿਹੜੇ ਆ ਹੋਂਦ ਵਿੱਚ ਹੈ, ਔਰ ਵੱਖੋ ਵੱਖਰੇ ਧਰਮ ਦੀ ਆਪੋ ਆਪਣੀ ਮਰਿਆਦਾ ਹੈ, ਉਹਨਾਂ ਦੀ ਨਿਜ਼ਮਾਵਲੀ ਹੈ। ਪਰ ਜਦੋਂ ਅਸੀਂ ਵੇਖਦੇ ਹਾਂ ਨਾ ਪਿੱਛੋਂ ਤੋਂ ਲੈ ਕੇ ਹੁਣ ਤੱਕ ਹੀ ਦੇਖ ਲਈਏ, ਤੇ ਅਰਦਾਸ ਦਾ ਸੰਬੰਧ ਕੇਵਲ ਤਾਂ ਕੇਵਲ ਜਾਤੀਵਾਦ ਦੇ ਵਿੱਚ ਜਾਂ ਵਿਅਕਤੀਵਾਦ ਦੇ ਵਿੱਚ ਜਾਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਵਿੱਚ, ਜਾਂ ਇਹ ਕਹਿ ਦਈਏ ਵੀ ਕਿਸੇ ਦੀ ਹਿੱਠੀ ਕਰਨ ਦੇ ਵਿੱਚ,
ਇਹਨਾਂ ਕੁਝ ਕੁ ਪਦਾਰਥਵਾਦ ਜੀਵਨ ਦੇ ਅੰਦਰ ਪਦਾਰਥ ਵਸਤੂਵਾਦ ਦੇ ਵਿੱਚ ਹੀ ਬਣ ਕੇ ਰਹਿ ਗਿਆ। ਮਹੱਤਵ ਜਿਹੜਾ ਸੀ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ। ਪਰ ਜਦੋਂ ਇਹਨੂੰ ਗੁਰਮਤਿ ਦੇ ਨਜ਼ਰੀਏ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚੋਂ ਵੇਖਦੇ ਹਾਂ ਤੇ ਅਸੀਂ ਰੋਜ਼ਾਨਾ ਇਹ ਪੜ੍ਹਦੇ ਹਾਂ, ਸਤਿਗੁਰਾਂ ਨੇ ਇਕੱਲਾ ਸਾਨੂੰ ਇਹ ਨਹੀਂ ਕਿਹਾ ਵੀ ਤੂੰ ਆ ਵਸਤੂ ਮੰਗਣੀ ਹੈ, ਜਾਂ ਤੇਰਾ ਮਹੱਤਵ ਇਕੱਲਾ ਨਿੱਜੀਵਾਦ ਦੇ ਵਿੱਚ ਹੀ ਹੈ, ਜਾਂ ਤੇਰਾ ਸੰਬੰਧ ਜਿਹੜਾ ਪਦਾਰਥਵਾਦ ਦੇ ਵਿੱਚ ਹੀ ਹੈ। ਗੁਰੂ ਸਾਹਿਬ ਜੀ ਨੇ ਅਰਦਾਸ ਦਾ ਮਨੋਰਥ ਸਾਨੂੰ ਸਿਖਾਇਆ ਵੀ ਤੈਨੂੰ ਜੀਵਨ ਬਣਿਆ ਜਾਂ ਤੈਨੂੰ ਸੰਸਾਰਿਕ ਤੌਰ ਤੇ ਜੀਵਨ ਦੀ ਪਦਵੀ ਪ੍ਰਾਪਤ ਹੋਈ ਹੈ, ਮਨੁੱਖ ਬਣਿਆ, ਤੂੰ ਅਰਦਾਸ ਕਰਨੀ ਹੈ। ਇਹਦਾ ਮਨੋਰਥ ਹੈ ਸਮੁੱਚੀ ਸ੍ਰਿਸ਼ਟੀ ਦਾ ਭਲਾ ਮੰਗਣਾ, ਇਹਦਾ ਮਹੱਤਵ ਹੈ। ਅਸੀਂ ਰੋਜ਼ਾਨਾ ਹੀ ਪੜ੍ਹਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹਦੇ ਵਿੱਚ ਕਿਸੇ ਇੱਕ ਦੀ ਗੱਲ ਨਹੀਂ, ਕਿਸੇ ਦੋ ਦੀ ਗੱਲ ਨਹੀਂ, ਸਾਰੀ ਕਾਇਨਾਤ ਦੀ ਗੱਲ ਹੈ, ਚਾਹੇ ਉਹ ਸਾਨੂੰ ਦਿਸਦੀ ਹੈ ਤੇ ਚਾਹੇ ਉਹ ਸਾਨੂੰ ਨਹੀਂ ਦਿਸਦੀ। ਜਿਹੜਾ ਅਰਦਾਸ ਕਰਨ ਵਾਲਾ ਚਾਹੇ ਉਹ ਮੰਗੇ ਜਾਂ ਨਾ ਮੰਗੇ, ਆਪਣੇ ਆਪ ਹੀ ਉਹ ਸਰਬੱਤ ਦਾ ਭਲਾ ਮੰਗਦਾ ਪਿਆ ਹੈ। ਇੱਥੇ ਵੀ ਪੜ੍ਹਦੇ ਹਾਂ, ਉੱਪਰ ਵੀ ਪੜ੍ਹ ਕੇ ਆਏ ਹਾਂ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਦੋਂ ਆਹ ਪੰਕਤੀਆਂ ਅਸੀਂ ਪੜਾਂਗੇ, ਫਿਰ ਕਿਵੇਂ ਅਸੀਂ ਕਹਿ ਸਕਦੇ ਹਾਂ ਸਾਡਾ ਮਨੋਰਥ ਜਾਂ ਸਾਡਾ ਮਹੱਤਵ ਇਕੱਲਾ ਹੀ ਪਦਾਰਥਵਾਦ ਜਾਂ ਇਕੱਲਾ ਹੀ ਸਾਡਾ ਨਿੱਜੀਵਾਦ ਵਿਅਕਤੀਵਾਦ ਦੇ ਵਿੱਚ ਹੈ? ਨਹੀਂ, ਫਿਰ ਸਾਡਾ ਮਹੱਤਵ ਜਿਹੜਾ, ਜਦੋਂ ਅਸੀਂ ਰੱਬ ਨੂੰ ਸਾਖੀ ਮੰਨ ਕੇ, ਉਹਨੂੰ ਯਾਦ ਕਰਕੇ, ਕਰਮਾਂ ਕਰਕੇ, ਮਨ ਕਰਕੇ, ਜਦੋਂ ਉਹਨੂੰ ਅਸੀਂ ਧਿਆਉਂਦੇ ਪਏ ਹਾਂ, ਧਿਆਉਣ ਤੋਂ ਬਾਅਦ ਉਹਦੇ ਸਦਕਾ ਫਿਰ ਸਾਨੂੰ ਇਹ ਗੱਲ ਮੰਨਣੀ ਪਵੇਗੀ ਕਿ ਸਰਬੱਤ ਦਾ ਭਲਾ, ਸਰਬੱਤ ਦੇ ਸੁੱਖ ਦੀ ਗੱਲ ਅਸੀਂ ਅਰਦਾਸ ਦੇ ਵਿੱਚ ਮੰਗੀ ਹੈ। ਸੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਅਰਦਾਸ ਦਾ ਮਨੋਰਥ ਇਕੱਲਾ ਆਪਣੇ ਵਾਸਤੇ ਨਹੀਂ ਹੈ। ਅਰਦਾਸ ਦਾ ਮਨੋਰਥ ਸਾਰੀ ਸ੍ਰਿਸ਼ਟੀ ਦਾ, ਸਮੁੱਚੀ ਲੋਕਾਈ ਦਾ ਭਲਾ ਮੰਗਣਾ ਹੈ। ਔਰ ਸਿੱਖ ਮੰਗਦਾ ਵੀ ਹੈ ਦੋ ਟਾਈਮ, ਚਾਹੇ ਉਹ ਗੁਰੂ ਘਰ ਦੇ ਵਿੱਚ ਹੋਵੇ ਤੇ ਚਾਹੇ ਉਹ ਆਪਣੇ ਘਰ ਦੇ ਵਿੱਚ ਬੈਠਾ ਹੋਵੇ ਤੇ ਜਾ ਕਿਤੇ ਕੰਮ ਕਰਨ ਵਾਸਤੇ ਕਿਤੇ ਬਾਹਰ ਗਿਆ ਹੋਵੇ। ਸੋ ਇਹ ਅਰਦਾਸ ਦਾ ਮਨੋਰਥ, ਅਰਦਾਸ ਦਾ ਮਹੱਤਵ ਬੜਾ ਵੱਡਾ ਹੈ। ਦੂਸਰੀ ਗੱਲ ਕਿ ਅਰਦਾਸ ਕਿਸ ਅੱਗੇ ਕੀਤੀ ਜਾਂਦੀ ਹੈ ਜਾਂ ਅਰਦਾਸ ਦੀ ਲੋੜ ਹੀ ਕੀ ਹੈ। ਇਹ ਕੁਝ ਕੁ ਟੌਪਿਕ ਆ ਜਿਹੜੇ ਬੜੇ ਸਾਡੇ ਜੀਵਨ ਨੂੰ ਝੰਜੋੜਦੇ। ਇਹਨਾਂ ਨੂੰ ਅਸੀਂ ਜਦੋਂ ਪ੍ਰਸ਼ਨ ਬਣਾ ਕੇ ਗੱਲ ਕਰਾਂਗੇ ਨਾ, ਤੇ ਬੜੇ ਸੌਖੇ ਦੇ ਨਾਲ ਸਾਨੂੰ ਗੁਰਬਾਣੀ ਚ ਇਹਦੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਕਿ ਅਰਦਾਸ ਦੀ ਲੋੜ ਕੀ ਹੈ ਤੇ ਅਰਦਾਸ ਕਿਸ ਅੱਗੇ ਕੀਤੀ ਜਾਂਦੀ ਹੈ। ਇਹ ਕਈਆਂ ਦੇ ਸਵਾਲ ਵੀ ਹੁੰਦੇ ਆ। ਦੇਖੋ, ਅਰਦਾਸ ਦੀ ਲੋੜ ਤਾਂ ਹੈ ਕਿਉਂਕਿ ਜਦੋਂ ਤੱਕ ਸੋਨੇ ਨੂੰ ਅਸੀਂ ਅੱਗ ਦੇ ਉੱਪਰ ਰੱਖਦੇ ਨਹੀਂ, ਉਹ ਸ਼ੁੱਧ ਨਹੀਂ ਹੁੰਦਾ। ਸਾਡਾ ਇਸੇ ਤਰ੍ਹਾਂ ਮਨ ਜਿਹੜਾ ਇੱਧਰ ਉੱਧਰ ਭਟਕਦਾ ਫਿਰਦਾ ਹੈ, ਔਰ ਜਦੋਂ ਅਸੀਂ ਅਰਦਾਸ ਕਰਦੇ ਹਾਂ, ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੇ ਹਾਂ, ਮਨ ਤੜਫਦਾ ਤੇ ਬਹੁਤ ਹੈ ਪਰ ਇੱਕ ਜਗ੍ਹਾ ਤੇ ਸ਼ਾਂਤ ਹੋ ਜਾਂਦਾ ਹੈ। ਬੇਬਲ ਮਨਾਂ ਦੀ ਪੁਕਾਰ ਜਿਹੜੀ ਉਹ ਅਰਦਾਸ ਬਣਦੀ ਹੈ। ਲੋੜ ਤਾਂ ਹੈ, ਜਿਵੇਂ ਸਾਡੇ ਮਨਾਂ ਦੇ ਅੰਦਰ ਬੜੇ ਔਗਣ ਹੈ, ਵਿਕਾਰ ਹੈ, ਉਹ ਇੱਕ ਅਰਦਾਸ ਦੇ ਜ਼ਰੀਏ ਹੀ ਸਾਡਾ ਜੀਵਨ ਜਿਹੜਾ ਪਵਿੱਤਰ ਹੋ ਸਕਦਾ। ਜਿਵੇਂ ਗੁਰਬਾਣੀ ਦੇ ਵਿੱਚੋਂ ਇਹ ਸ਼ਬਦ ਪੜ੍ਹੇ ਜਾਂਦੇ ਹੈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਇਹ ਜਿਹੜੇ ਸ਼ਬਦ ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਵਰਤੇ ਹੈ ਕਿ ਜਿਵੇਂ ਪੱਥਰਾਂ ਨੂੰ ਤਾਰ ਸਕਦਾ, ਉਹ ਭਾਰੇ ਬੜੇ ਹੈ। ਇਸੇ ਤਰ੍ਹਾਂ ਸਾਡਾ ਜੀਵਨ ਵੀ ਪੱਥਰਾਂ ਦੀ ਤਰ੍ਹਾਂ ਬੜਾ ਭਾਰਾ ਬਣ ਗਿਆ ਹੈ, ਕਿਉਂਕਿ ਇਹਦੇ ਵਿੱਚ ਵਿਕਾਰ ਹੈ, ਇਹਦੇ ਵਿੱਚ ਬੁਰਾਈਆਂ, ਇਹਦੇ ਵਿੱਚ ਪਾਪ ਹੈ। ਅਸੀਂ ਬੁਰੇ ਕੰਮ ਕਰਦੇ ਹਾਂ, ਭਾਵੇਂ ਕਿ ਲੋਕਾਂ ਤੋਂ ਛੁਪਾ ਕੇ ਕਰਦੇ, ਪਰ ਪ੍ਰਮਾਤਮਾ ਤੋਂ ਕਿਵੇਂ ਛੁਪਾਵਾਂਗੇ? ਜਿਹੜਾ ਪ੍ਰਮਾਤਮਾ ਸਾਰਿਆਂ ਦੇ ਉੱਪਰ ਨਜ਼ਰ ਰੱਖਦਾ ਪਿਆ, ਇੱਕ ਇੱਕ ਗੱਲ ਸਾਡੀ ਨੋਟ ਕਰਦਾ ਹੈ, ਤੇ ਉਸ ਪ੍ਰਮਾਤਮਾ ਤੋਂ ਅਸੀਂ ਕਿਵੇਂ ਇਹ ਗੱਲ ਛੁਪਾ ਸਕਦੇ ਕਿ ਵੀ ਮੈਂ ਬੁਰਾਈ ਕੀਤੀ ਹੈ ਜਾਂ ਮੈਂ ਪਾਪ ਕੀਤਾ, ਭਾਵੇਂ ਮਨ ਕਰਕੇ ਕਰਦਾ ਪਿਆ, ਸਾਡੇ ਅੰਦਰ ਨੂੰ ਦੇਖਦਾ ਪਿਆ। ਇੱਕ ਗੁਰਬਾਣੀ ਦੇ ਵਿੱਚ ਪੰਕਤੀ ਬੜੀ ਸੋਹਣੀ ਆਉਂਦੀ ਹੈ। ਸਤਿਗੁਰੂ ਨੇ ਇੱਥੋਂ ਤੱਕ ਆਖਿਆ ਵੀ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਬੰਦਾ ਤੇ ਸੋਚਦਾ ਹੈ ਕਿ ਮੈਂ ਚੋਰੀ ਕਰ ਲਈ ਨਾ, ਤੇ ਮੈਨੂੰ ਕੋਈ ਅੱਗੇ ਵੇਖਦਾ ਹੈ,
ਨਾ ਕੋਈ ਮੈਨੂੰ ਪਿੱਛੇ ਵੇਖਦਾ ਹੈ। ਹੁਣ ਸਾਰਿਆਂ ਤੋਂ ਛੁਪਾ ਕੇ ਅਸੀਂ ਚੋਰੀ ਤੇ ਕਰਦੇ ਪਏ ਹਾਂ, ਪਰ ਜਦੋਂ ਪ੍ਰਮਾਤਮਾ ਨੂੰ ਵੇਖਾਂਗੇ ਤੇ ਪ੍ਰਮਾਤਮਾ ਸਾਰੇ ਪਾਸੇ ਸਾਕਸ਼ਕ ਰੂਪ ਦੇ ਵਿੱਚ ਸਾਡੇ ਤੇ ਨਜ਼ਰ ਟਿਕਾਈ ਬੈਠਾ ਹੈ। ਫਿਰ ਅਸੀਂ ਕਿਵੇਂ ਕਵਾਂਗੇ ਵੀ ਅਸੀਂ ਇਹਦੇ ਤੋਂ ਛੁਪਾ ਲਿਆ? ਲੋਕਾਂ ਦੀਆਂ ਨਜ਼ਰਾਂ, ਕਿਉਂਕਿ ਲੋਕਾਂ ਦੀ ਨਜ਼ਰਾਂ ਇੰਨੀ ਦੂਰ ਤੱਕ ਨਹੀਂ ਜਾਂਦੀਆਂ, ਪਰ ਪ੍ਰਮਾਤਮਾ ਹਰੇਕ ਜਗ੍ਹਾ ਤੇ ਸਾਨੂੰ ਨੋਟ ਕਰਦਾ ਪਿਆ ਹੈ। ਤੇ ਸਾਹਿਬ ਜੀ ਕਹਿੰਦੇ ਉਹਦੇ ਤੋਂ ਛੁਪਾਇਆ ਨਹੀਂ ਜਾਂਦਾ। ਤੇ ਇੱਕ ਪੰਕਤੀ ਅਸੀਂ ਗੁਰਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਜਪਜੀ ਸਾਹਿਬ ਦੇ ਵਿੱਚੋਂ ਪੜ੍ਹਦੇ ਹਾਂ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ। ਹੁਣ ਬੀਜਿਆ ਵੀ ਅਸੀਂ ਹੈ ਤੇ ਵੱਢਣਾ ਵੀ ਸਾਨੂੰ ਪਵੇਗਾ। ਤੇ ਸਾਹਿਬ ਜੀ ਕਹਿੰਦੇ ਕਈ ਪੁੰਨ ਕਰਕੇ ਤੇ ਕੋਈ ਪਾਪ ਕਰਕੇ ਆਪਣੇ ਆਪ ਨੂੰ ਵੱਡੇ ਮੰਨਦੇ ਆ ਕਿ ਮੈਂ ਪੁੰਨ ਕਰ ਲਿਆ, ਕੋਈ ਪਾਪ ਕਰਕੇ ਛੁਪਾਈ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਵਾਸਤੇ ਸਾਹਿਬ ਜੀ ਆਖਦੇ ਨੇ ਕਿ ਅਰਦਾਸ ਦੀ ਬੜੀ ਲੋੜ ਹੈ। ਸਾਡੇ ਅੰਦਰ ਪਾਪ ਭਰੇ ਹੈ, ਸਾਡੇ ਅੰਦਰ ਬੁਰਾਈਆਂ ਹੈ, ਸਾਡੇ ਅੰਦਰ ਚਲਾਕੀਆਂ ਹੈ, ਸਭ ਕੁਝ ਇੱਥੇ ਰਹਿ ਜਾਵੇਗਾ, ਪਰ ਜੇ ਕੋਈ ਨਾਲ ਜਾਣਗੇ ਤੇ ਚੰਗੇ ਕਰਮ ਜਾਣਗੇ। ਇਸੇ ਕਰਕੇ ਅਰਦਾਸ ਦੀ ਲੋੜ ਪੈਂਦੀ ਹੈ ਕਿ ਜਿੰਨੇ ਮੈਂ ਗੁਨਾਹ ਕੀਤੇ ਹੈ, ਜਿੰਨੇ ਮੈਂ ਪਾਪ ਕੀਤੇ ਹੈ, ਇਹ ਸਾਰੇ ਪਾਪਾਂ ਤੋਂ ਮੈਨੂੰ ਮੁਆਫ਼ੀ ਜਿਹੜੀ ਹੈ ਪ੍ਰਮਾਤਮਾ ਦੇ ਦੇਵੇ। ਪ੍ਰਮਾਤਮਾ ਦਾ ਘਰ ਬੜਾ ਵੱਡਾ ਹੈ, ਕਿਉਂਕਿ ਜਦੋਂ ਅਸੀਂ ਗੁਨਾਹ ਕਰਕੇ ਵੀ ਕੁਝ ਜਾਂਦੇ ਹਾਂ ਤੇ ਹਾਰ ਕੇ ਅਸੀਂ ਡਿੱਗ ਜਾਂਦੇ ਹਾਂ ਅੰਦਰੋਂ ਸੱਚੇ ਹੋ ਕੇ, ਤੇ ਫਿਰ ਉਹ ਸਾਨੂੰ ਗਲ ਦੇ ਨਾਲ ਲਾਉਂਦਾ। ਚੰਗਾ ਪਿਓ ਹੈ ਨਾ ਸਾਡਾ, ਤੇ ਉਹ ਸਾਨੂੰ ਝਿੜਕਦਾ ਹੈ, ਝਿੜਕਣ ਤੋਂ ਬਾਅਦ ਸਾਨੂੰ ਰਸਤਾ ਵੀ ਸਹੀ ਦੱਸੇਗਾ। ਤੇ ਜਦੋਂ ਉਪਦੇਸ਼ ਉਹ ਸਾਨੂੰ ਸਹੀ ਦੇਵੇਗਾ ਤੇ ਫਿਰ ਅਸੀਂ ਅਗਾਂਹ ਤੁਰਾਂਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਅਰਦਾਸ ਤੂੰ ਤਰਲਾ ਲੈ ਆਪਣੇ ਗੁਰੂ ਦੇ, ਆਪਣੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ, ਕਿ ਉਹ ਤੈਨੂੰ ਬਖਸ਼ ਲਵੇਗਾ। ਇਸ ਕਰਕੇ ਲੋੜ ਬੜੀ ਆਪਣੇ ਜੀਵਨ ਨੂੰ ਸਵਾਰਨ ਵਾਸਤੇ। ਹਉਮੈ ਦਾ ਰੋਗ ਬੜਾ ਵੱਡਾ, ਹਉਮੈ ਨੂੰ ਦੂਰ ਕਰਨ ਵਾਸਤੇ ਤੂੰ ਅਰਦਾਸ ਹੀ ਕਰ ਸਕਦਾ ਹੈ, ਕਿਉਂਕਿ ਉਹ ਉਹਦਾ ਬਿਰਧ ਹੈ ਕਿ ਉਹ ਜਿਹੜਾ ਵੀ ਉਹਦੀ ਸ਼ਰਨ ਵਿੱਚ ਜਾਂਦਾ ਉਹਨੂੰ ਆਪਣੇ ਗਲ ਦੇ ਨਾਲ ਲਾਉਂਦਾ ਹੈ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹਦਾ ਸੁਭਾਅ ਹੈ ਕਿ ਜਿਹੜਾ ਵੀ ਉਹਦੇ ਕੋਲ ਜਾਵੇਗਾ, ਉਹਦੇ ਘਰ ਦੇ ਵਿੱਚ ਜਾ ਕੇ ਅਰਦਾਸ ਦੇ ਰੂਪ ਦੇ ਵਿੱਚ ਡਿੱਗ ਪੈਂਦਾ ਹੈ, ਉਹ ਆਪਣੇ ਗਲ ਦੇ ਨਾਲ ਲਾ ਕੇ ਉਹਨੂੰ ਬਖਸ਼ਦਾ ਹੈ। ਇਸ ਕਰਕੇ ਲੋੜ ਹੈ ਕਿ ਅਸੀਂ ਅਰਦਾਸ ਕਰੀਏ ਆਪਣੀਆਂ ਭੁੱਲਾਂ, ਆਪਣੀਆਂ ਗਲਤੀਆਂ, ਆਪਣੀਆਂ ਜੋ ਵੀ ਅਸੀਂ ਚਲਾਕੀਆਂ ਕੀਤੀਆਂ ਇਹਨਾਂ ਤੋਂ ਮੁਆਫ਼ੀ ਵਾਸਤੇ। ਤੇ ਫਿਰ ਸਾਹਿਬ ਜੀ ਨੇ ਆਖਿਆ ਵੀ ਅਰਦਾਸ ਅਸੀਂ ਕਰਨੀ ਕਿਹਦੇ ਅੱਗੇ? ਇਹ ਤੇ ਹੈ ਵੀ ਅਰਦਾਸ ਅਸੀਂ ਕਰਨੀ ਹੈ, ਪਰ ਅਰਦਾਸ ਕਰਨੀ ਕਿਹਦੇ ਅੱਗੇ ਹੈ? ਉਹ ਵੀ ਸਾਨੂੰ ਮੇਰੇ ਦਾਤੇ ਨੇ ਗੁਰਬਾਣੀ ਦੇ ਵਿੱਚ ਹੀ ਸਮਝਾਇਆ ਹੈ। ਦੇਖੋ, ਅਸੀਂ ਵੱਡੇ ਦੇ ਅੱਗੇ ਜਾ ਕੇ ਆਪਣਾ ਹੱਥ ਜਿਹੜਾ ਉਹ ਫੈਲਾਉਂਦੇ ਹਾਂ, ਜਾਂ ਅਸੀਂ ਹੱਥ ਜੋੜਦੇ ਹਾਂ। ਸਾਡਾ ਪਿਓ ਹੋਵੇ, ਸਾਡੀ ਮਾਂ ਹੋਵੇ, ਅਸੀਂ ਉਹਦੇ ਅੱਗੇ ਜਾ ਕੇ ਹੱਥ ਜੋੜਦੇ ਹਾਂ, ਕਿਉਂਕਿ ਸਾਡੇ ਮਾਂ ਬਾਪ ਹੈ, ਉਹਨਾਂ ਸਾਨੂੰ ਦੇਣਾ ਹੈ, ਸਭ ਜੀਵਨ ਵੀ ਦਿੱਤਾ, ਸਾਨੂੰ ਜਨਮ ਦਿੱਤਾ ਹੈ, ਉਹਨਾਂ ਸਾਨੂੰ ਰੋਟੀ ਦੇਣੀ ਹੈ, ਸਾਨੂੰ ਉਹਨਾਂ ਨੇ ਕੱਪੜੇ ਦੇਣੇ, ਅਸੀਂ ਉਹਨਾਂ ਤੋਂ ਮੰਗਣਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਖਿਆ ਪ੍ਰਮਾਤਮਾ ਮਾਂ ਬਾਪ ਹੈ, ਸਾਰਿਆਂ ਨੂੰ ਉਹ ਦੇਣ ਵਾਲਾ, ਚਾਹੇ ਉਹ ਤੇਰੇ ਸੰਸਾਰਕ ਤੌਰ ਤੇ ਮਾਂ ਬਾਪ ਹੀ ਕਿਉਂ ਨਾ ਹੋਣ। ਇਸ ਕਰਕੇ ਕਹਿੰਦੇ ਵੀ ਜੇ ਮੰਗਣ ਦਾ ਅਧਿਕਾਰ ਹੈ ਸਾਨੂੰ, ਤੇ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਦੇ ਕੋਲੋਂ ਹੀ ਹੈ, ਜਿਹਨੂੰ ਗੁਰਬਾਣੀ ਵਿੱਚ ਬੜੇ ਸੌਖੇ ਜਿਹੇ ਸ਼ਬਦਾਂ ਵਿੱਚ ਕਿਹਾ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਸ ਪ੍ਰਮਾਤਮਾ ਦੇ ਕੋਲੋਂ ਮੰਗੀਏ ਜਿਹੜਾ ਪ੍ਰਮਾਤਮਾ ਸਾਰਿਆਂ ਦੀਆਂ ਮੰਗਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ। ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭਨਾ ਰਾਸ, ਸਭ ਤੁਝੇ ਪਾਸੋਂ ਮੰਗਦੇ ਨਿਤ ਕਰ ਅਰਦਾਸ। ਭਾਵੇਂ ਕੋਈ ਵੀ ਹੋਵੇ, ਰਾਜਾ ਹੋਵੇ, ਭਿਖਾਰੀ ਹੋਵੇ, ਕਿਸੇ ਵੀ ਕੈਟਾਗਰੀ ਦਾ ਹੋਵੇ, ਮੰਗਦਾ ਤੇ ਉਹਦੇ ਕੋਲੋਂ ਹੀ ਹੈ ਨਾ, ਕਿਉਂਕਿ ਜਿਹਨੇ ਦੇਣਾ, ਜਿਹਦੇ ਭੰਡਾਰ ਕਦੇ ਮੁੱਕਦੇ ਨਹੀਂ, ਸਾਰੇ ਉਹਦੇ ਭੰਡਾਰ ਭਰੇ ਹੋਏ ਹੈ। ਕਿਸੇ ਨਗਰ ਦੇ ਵਿੱਚ ਕਾਲ ਪੈ ਗਿਆ, ਆਮ ਹੀ ਤੁਸਾਂ ਨੇ ਗੱਲ ਸੁਣੀ ਹੋਵੇਗੀ ਜਾਂ ਪੜ੍ਹੀ ਹੋਵੇਗੀ। ਕਿਸੇ ਨਗਰ ਦੇ ਵਿੱਚ ਕਾਲ ਪਿਆ ਤੇ ਨਗਰ ਦੇ ਲੋਕਾਂ ਨੇ ਸੋਚ ਲਿਆ, ਕਿਉਂ ਨਾ ਹੋਵੇ ਵੀ ਆਪਾਂ ਇਕੱਠੇ ਹੋ ਕੇ ਜੇ ਇਸ ਨਗਰ ਦਾ ਰਾਜਾ ਜਿਹੜਾ ਹੈ, ਇਲਾਕੇ ਦਾ ਰਾਜਾ, ਉਹਦੇ ਕੋਲ ਜਾਈਏ ਵੀ ਸਾਨੂੰ
ਖਾਣ ਵਾਸਤੇ ਕੁਝ ਦੇ ਸਾਡੇ ਡੰਗਰ ਭੁੱਖੇ ਮਰਦੇ ਆ, ਸਾਡੇ ਬੱਚੇ ਵਿਲਕਦੇ ਪਏ ਆ, ਵੀ ਉਹਦੇ ਕੋਲ ਜਾ ਕੇ ਮੰਗ ਲਈਏ, ਕੁਝ ਸਮਾਂ ਸਾਡਾ ਗੁਜ਼ਾਰਾ ਹੋ ਜਾਵੇਗਾ। ਅਰਦਾਸ ਕਿਹਦੇ ਅੱਗੇ ਕਰਨੀ ਹੈ? ਪਤਾ ਕਿਸੇ ਕਿਸੇ ਨੂੰ ਲੱਗਦਾ ਹੈ। ਤੇ ਜਦੋਂ ਨਗਰ ਦੇ ਲੋਕ ਇਕੱਠੇ ਹੋਏ ਤੇ ਉਹਨਾਂ ਮਸ਼ਵਰਾ ਪਾਸ ਕੀਤਾ ਵੀ ਆਪਾਂ ਸਾਰੇ ਨਾ ਜਾਈਏ, ਆਪਣੇ ਨਗਰ ਦੇ ਵਿੱਚ ਇੱਕ ਸਾਧੂ ਰੱਬ ਦਾ ਬੰਦਾ ਫਕੀਰ ਰਹਿੰਦਾ, ਆਪਾਂ ਉਹਨੂੰ ਕਹੀਏ ਵੀ ਤੂੰ ਜਾ ਕੇ ਰਾਜੇ ਦੇ ਨਾਲ ਗੱਲ ਕਰ। ਤੇ ਜਦੋਂ ਉਹਦੇ ਕੋਲ ਗਏ, ਉਸ ਫਕੀਰ ਨੇ ਉਹਨਾਂ ਨੂੰ ਸਮਝਾ ਦਿੱਤਾ, ਕਹਿੰਦੇ ਵੀ ਇੱਕ ਪ੍ਰਮਾਤਮਾ ਦੇ ਕੋਲੋਂ ਮੰਗਣਾ ਚਾਹੀਦਾ, ਆਸ ਸਾਡੀ ਉਹਦੇ ਤੇ ਹੋਣੀ ਚਾਹੀਦੀ ਹੈ, ਨਾ ਕਿ ਆਪਾਂ ਕਿਸੇ ਬੰਦੇ ਦੇ ਕੋਲੋਂ ਮੰਗੀਏ। ਪਰ ਲੋਕ ਖਹਿੜੇ ਪਏ, ਕਹਿੰਦੇ ਵੀ ਨਹੀਂ, ਉਹ ਰਾਜਾ ਇਸ ਇਲਾਕੇ ਦਾ, ਵੀ ਆਪਾਂ ਨੂੰ ਜ਼ਰੂਰ ਮਦਦ ਲੈਣੀ ਚਾਹੀਦੀ ਹੈ। ਚਲੋ ਫਕੀਰ ਕਹਿੰਦਾ ਵੀ ਤੁਹਾਡੇ ਵਾਸਤੇ ਮੈਂ ਰਾਜੇ ਦੇ ਨਾਲ ਵੀ ਗੱਲ ਕਰਕੇ ਵੇਖ ਲੈਣਾ। ਉਹ ਚਲਾ ਗਿਆ। ਜਦੋਂ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਰਾਜਾ ਕੰਧ ਵੱਲ ਨੂੰ ਮੂੰਹ ਕਰਕੇ ਹੱਥ ਜੋੜੇ ਤੇ ਉਹ ਪ੍ਰਮਾਤਮਾ ਦੇ ਕੋਲੋਂ ਆਪਣੇ ਰਾਜ ਦੀ ਸਲਾਮਤੀ ਜਾਂ ਅੰਨ ਦੀ ਜਾਂ ਕਿਸੇ ਵੀ ਪਦਾਰਥ ਦੀ ਉਹ ਮੰਗ ਕਰ ਰਿਹਾ। ਜਦੋਂ ਹੁਣ ਉਸ ਰੱਬ ਦੇ ਬੰਦੇ ਫਕੀਰ ਨੇ, ਇਹ ਬਜ਼ੁਰਗ ਨੇ ਗੱਲ ਸੁਣੀ ਕਿ ਰਾਜੇ ਦਾ ਹੱਥ ਤਾਂ ਨੂੰ ਜਾਂ ਉਹਦੇ ਹੱਥ ਜੁੜੇ ਹੋਏ ਆ, ਤੇ ਉਹ ਕੰਧ ਵੱਲ ਮੂੰਹ ਕਰਕੇ ਰੱਬ ਦੇ ਕੋਲੋਂ ਮੰਗਦਾ ਵੀ ਮੇਰੇ ਰਾਜ ਦੀ ਸਲਾਮਤੀ ਹੋਵੇ, ਮੈਨੂੰ ਅੰਨ ਮਿਲੇ, ਸਭ ਕੁਝ ਪਦਾਰਥਾਂ ਦੀ। ਇਹ ਜਦੋਂ ਉਹਨੇ ਵੇਖਿਆ ਵੀ ਇਹਦੇ ਅੰਦਰ ਭੁੱਖ ਹੈ ਤੇ ਮੰਗਦਾ ਉਹ ਪ੍ਰਮਾਤਮਾ ਦੇ ਕੋਲੋਂ ਪਿਆ, ਤੇ ਮੈਂ ਇਹਦੇ ਕੋਲ ਮੰਗਣ ਵਾਸਤੇ ਆ ਗਿਆ। ਉਹਨੇ ਕੁਝ ਨਹੀਂ ਆਖਿਆ ਤੇ ਉਹ ਫਕੀਰ ਰੱਬ ਦਾ ਬੰਦਾ ਵਾਪਸ ਆ ਗਿਆ। ਜਦੋਂ ਵਾਪਸ ਆਇਆ, ਇਹਨੇ ਨੂੰ ਰਾਜੇ ਦੀ ਵੀ ਅਰਦਾਸ ਜਿਹੜੀ ਉਹ ਪੂਰੀ ਹੋਈ। ਤੇ ਜਦੋਂ ਇਹਨੇ ਮੂੰਹ ਆਪਦਾ ਇੱਧਰ ਨੂੰ ਘੁਮਾਇਆ ਤੇ ਵੇਖਦਾ ਕਿ ਇਹ ਬਜ਼ੁਰਗ ਆਇਆ, ਪਰ ਇਹਨੇ ਕਿਹਾ ਕੁਝ ਨਹੀਂ, ਇਹ ਚਲਾ ਗਿਆ ਉਸੇ ਤਰ੍ਹਾਂ ਵਾਪਸ। ਉਹਨੇ ਆਵਾਜ਼ ਮਾਰ ਲਈ, ਆਂਦਾ ਵੀ ਤੁਸੀਂ ਆਏ ਸੀ ਪਰ ਕਿਹਾ ਕੁਝ ਨਹੀਂ, ਤੁਸੀਂ ਵਾਪਸ ਉਸੇ ਤਰ੍ਹਾਂ ਚਲੇ ਗਏ। ਆਂਦਾ ਵੀ ਮੈਂ ਤੇਰੇ ਕੋਲੋਂ ਕੁਝ ਮੰਗਣ ਵਾਸਤੇ ਆਇਆ ਸੀ, ਪਰ ਮੈਂ ਵੇਖਿਆ ਮੰਗਤਾ ਬਣ ਕੇ ਮੈਂ ਇਹਦੇ ਘਰ ਦੇ ਵਿੱਚ ਆਇਆ ਏ, ਤੇ ਮੇਰੇ ਨਾਲੋਂ ਵੀ ਵੱਡਾ ਮੰਗਤਾ ਵੀ ਜਿਹੜਾ ਗਾਂ ਕਿਸੇ ਦੇ ਕੋਲੋਂ ਮੰਗਦਾ ਪਿਆ। ਬੜੀ ਸੋਹਣੀ ਇਹ ਗੱਲ ਉਸ ਬਜ਼ੁਰਗ ਨੇ, ਉਸ ਰੱਬ ਦੇ ਬੰਦੇ ਨੇ ਆਖੀ। ਕਹਿੰਦਾ ਵੀ ਇੱਕ ਰਾਜਾ ਵੀ ਮੰਗਤਾ ਹੈ ਉਸ ਰੱਬ ਦੀ ਕਰਦਾ। ਚਾਹੇ ਕੋਈ ਕਿਸੇ ਪਦਾਰਥਵਾਦ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਨਾ, ਸਿਰਫ ਪੈਸੇ ਤੇ ਲੈਵਲ ਲਾ ਕੇ ਵੇਖ ਲੈਂਦੇ ਕਿ ਇਹਦੇ ਕੋਲ ਪੈਸਾ ਜ਼ਿਆਦਾ ਤੇ ਅਮੀਰ ਹੈ, ਇਹਦੇ ਕੋਲ ਘੱਟ ਹੈ ਇਹ ਗਰੀਬ ਹੈ, ਜਾਂ ਇਹਦੇ ਕੋਲ ਘੱਟ ਹੈ ਬਹੁਤਾ ਗਰੀਬ ਹੈ। ਪਰ ਉਹਨੇ ਗੱਲ ਆਖੀ, ਕਹਿੰਦਾ ਵੀ ਚਾਹੇ ਉਹ ਰਾਜਾ ਕੋਈ ਬਾਦਸ਼ਾਹ ਹੋਵੇ ਤੇ ਚਾਹੇ ਕੋਈ ਗਰੀਬ ਹੋਵੇ, ਪਰ ਰੱਬ ਦੇ ਘਰ ਦੇ ਵਿੱਚ ਉਹ ਮੰਗਤਾ ਹੀ ਹੈ। ਸਤਿਗੁਰਾਂ ਨੇ ਪੰਕਤੀ ਵੀ ਆਖੀ, ਹਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਚਾਹੇ ਕੋਈ ਵੀ ਹੋਵੇ, ਉਹ ਸਾਰੇ ਇਹ ਪੰਕਤੀ ਜਦੋਂ ਪੜ੍ਹਨਗੇ ਨਾ, ਉਹ ਆਪਣੇ ਤੇ ਗੱਲ ਵੀ ਮੈਂ ਮੰਗਤਾ ਹਾਂ, ਮੈਂ ਭਿਖਾਰੀ ਹਾਂ, ਤੇ ਬਾਕੀ ਅਕਾਲਪੁਰ ਪ੍ਰਮਾਤਮਾ ਹੀ ਦਾਤਾਂ ਦੇਣ ਵਾਲਾ, ਉਹੀ ਇੱਕ ਮਾਲਕ ਹੈ। ਹੁਣ ਜਦੋਂ ਇਹ ਗੱਲ ਰਾਜੇ ਨੂੰ ਉਸ ਫਕੀਰ ਨੇ ਆਖੀ, ਕਹਿੰਦਾ ਵੀ ਮੈਂ ਤੇਰੇ ਕੋਲ ਮੰਗਤਾ ਬਣ ਕੇ ਆਇਆ ਮੰਗਣ ਵਾਸਤੇ, ਪਰ ਤੂੰ ਤੇ ਮੇਰੇ ਨਾਲੋਂ ਵੱਡਾ ਮੰਗਤਾ ਸੀ ਜਿਹੜਾ ਤੂੰ ਅਗਾਂਹ ਕਿਸੇ ਦੇ ਕੋਲੋਂ ਮੰਗਦਾ। ਇਸੇ ਕਰਕੇ ਮੈਂ ਸੋਚਿਆ ਵੀ ਇੱਕ ਭਿਖਾਰੀ ਦੇ ਕੋਲੋਂ ਮੰਗਣ ਦੀ ਬਜਾਏ ਇੱਕ ਪ੍ਰਮਾਤਮਾ ਦਾਤੇ ਦੇ ਕੋਲੋਂ ਹੀ ਮੰਗ ਲੈਣਾ ਚਾਹੀਦਾ, ਜਿਹੜਾ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ, ਜਿਹੜਾ ਸਾਰਿਆਂ ਨੂੰ ਦਿੰਦਾ ਪਿਆ ਹੈ। ਇਸ ਕਰਕੇ ਉਸ ਪ੍ਰਮਾਤਮਾ ਦੇ ਕੋਲੋਂ ਮੰਗੀਏ, ਜਿਹੜਾ ਪ੍ਰਮਾਤਮਾ ਸਾਨੂੰ ਸਾਰਾ ਕੁਝ ਦਿੰਦਾ ਪਿਆ ਹੈ, ਜਿਹਨੇ ਸਾਨੂੰ ਅੰਨ ਦਿੱਤਾ, ਜਲ ਦਿੱਤਾ, ਕੁੱਲੀ ਜੁੱਲੀ, ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਸਾਨੂੰ ਸੰਸਾਰ ਵਿੱਚ ਜਿਉਣ ਵਾਸਤੇ, ਪਰ ਦਿੱਤੀ ਉਸ ਪ੍ਰਮਾਤਮਾ ਨੇ ਹੈ। ਮੈਂ ਇਤਿਹਾਸ ਦੀ ਇੱਕ ਸਾਖੀ ਪੜ੍ਹੀ, ਉਹ 'ਚ ਵੀ ਬੜੀ ਸੋਹਣੀ ਗੱਲ ਆਖੀ ਕਿ ਰੱਬ ਦੇ ਕੋਲੋਂ ਮੰਗਣ ਲੱਗਿਆ ਤੇ ਅਸੀਂ ਮੰਗਤੇ ਬਣ ਜਾਂਦੇ ਹਾਂ, ਪਰ ਜਦੋਂ ਸਾਨੂੰ ਉਹ ਚੀਜ਼ ਮਿਲ ਜਾਂਦੀ ਫਿਰ ਅਸੀਂ ਬਾਦਸ਼ਾਹ ਬਣ ਕੇ ਬਹਿ ਜਾਂਦੇ ਹਾਂ। ਇਸ ਗੱਲ ਦਾ ਵੀ ਥੋੜਾ ਜਿਹਾ ਸਾਨੂੰ ਖਿਆਲ ਕਰਨਾ ਚਾਹੀਦਾ ਵੀ ਦੇਣ ਵਾਲਾ ਉਹ ਪ੍ਰਮਾਤਮਾ ਹੀ ਹੈ, ਮੈਂ ਕੁਝ ਨਹੀਂ ਦੇ ਸਕਦਾ। ਉਹਦੀਆਂ ਦਾਤਾਂ ਕੇਵਲ ਹੰਢਾ ਸਕਦਾ ਹਾਂ, ਉਹਦੀਆਂ ਦਾਤਾਂ ਵਰਤ ਸਕਦਾ ਹਾਂ। ਮਹਾਰਾਜਾ ਰਣਜੀਤ ਸਿੰਘ ਜਦੋਂ ਮੁਹਿੰਮ ਤੇ ਚੜ੍ਹੇ ਤੇ ਮੁਹਿੰਮ ਤੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਮਨ ਬਣ ਗਿਆ ਵੀ ਗੁਰੂ ਘਰ ਹੈ ਤੇ ਗੁਰੂ ਘਰ ਅਰਦਾਸ ਕਰਵਾ ਲਵਾਂ ਕਿ ਰੱਬ ਮੇਰੀ ਬੌੜੀ ਕਰੇ ਵੀ ਮੈਂ ਜਿੱਤ ਇਸ ਜੰਗ ਦੇ ਵਿੱਚੋਂ ਜਾਂ ਇਸ ਮੈਦਾਨ ਦੇ ਵਿੱਚੋਂ ਫਤਿਹ ਹਾਸਲ ਕਰਕੇ ਆਵਾਂ। ਗੁਰੂ ਘਰ ਚਲਾ ਗਿਆ ਗ੍ਰੰਥੀ ਸਿੰਘ ਤੇ ਉਹਨੂੰ ਜਾ ਕੇ ਬੇਨਤੀ ਕੀਤੀ ਵੀ ਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਜਿਹੜੀ ਮੁਹਿੰਮ ਤੇ ਅਸੀਂ ਚੜ੍ਹੇ ਹਾਂ ਜਾਂ ਜਿਸ ਜੰਗ ਦੇ ਵਿੱਚ ਜਾ ਰਹੇ ਹਾਂ, ਉਹ ਪ੍ਰਮਾਤਮਾ ਫਤਿਹ ਪਾ ਦੇਵੇ। ਭਾਈ ਸਾਹਿਬ ਗ੍ਰੰਥੀ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰ ਦਿੱਤੀ।
ਸਮਾਂ ਆਇਆ, ਜੰਗ ਹੋਈ। ਉਸ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਜੇਤੂ ਹੋਏ, ਖਾਲਸੇ ਪੰਥ ਦੀ ਜਿੱਤ ਹੋ ਗਈ। ਤੇ ਫਿਰ ਉਸੇ ਹੀ ਰਸਤੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਵਾਪਸ ਆਏ ਤੇ ਵਾਪਸ ਆਉਂਦਿਆਂ ਉਸੇ ਗੁਰੂ ਘਰ ਦੇ ਵਿੱਚ ਫਿਰ ਵਾਪਸ ਆ ਕੇ ਤੇ ਦੁਬਾਰਾ ਗ੍ਰੰਥੀ ਸਿੰਘ ਨੂੰ ਮਿਲਦੇ ਹੈ। ਹੁਣ ਪਹਿਲਾਂ ਕੁਝ ਸ਼ਬਦ ਹੋਰ ਸੀ ਤੇ ਹੁਣ ਕੁਝ ਸ਼ਬਦ ਹੋਰ ਹੈ ਬੋਲ। ਤੇ ਫਿਤਰਤ ਬਦਲ ਜਾਂਦੀ ਹੈ, ਬੰਦੇ ਦੀ ਅੰਦਰ ਦੀ ਵਿਚਾਰਧਾਰਾ ਜਿਹੜੀ ਉਹ ਚੇਂਜ ਹੋ ਜਾਂਦੀ ਹੈ। ਜਦੋਂ ਆਏ ਦੂਸਰੀ ਵਾਰ ਤੇ ਗ੍ਰੰਥੀ ਸਿੰਘ ਨੂੰ ਆਖਿਆ ਕਿ ਭਾਈ ਸਾਹਿਬ ਜੀ, ਤੁਸੀਂ ਅਰਦਾਸ ਕੀਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਤੇ ਸਾਡੀ ਉਸ ਮੁਹਿੰਮ ਦੇ ਵਿੱਚ ਫਤਿਹ ਹੋ ਗਈ, ਅਸੀਂ ਜਿੱਤ ਗਏ ਹਾਂ। ਖਾਲਸੇ ਪੰਥ ਨੂੰ ਗੁਰੂ ਸਾਹਿਬ ਜੀ ਨੇ ਫਤਿਹ ਦਿੱਤੀ ਹੈ। ਤੇ ਅੱਜ ਦੱਸੋ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਉਹ ਮੈਂ ਤੁਹਾਨੂੰ ਦੇਣੀ ਚਾਹੁੰਦਾ। ਮਹਾਰਾਜਾ ਰਣਜੀਤ ਸਿੰਘ ਨੂੰ ਗ੍ਰੰਥੀ ਸਿੰਘ ਨੇ, ਵਜ਼ੀਰ ਨੇ ਬਾਹੋਂ ਫੜਿਆ ਤੇ ਉਸੇ ਤਰ੍ਹਾਂ ਹਜ਼ੂਰੀ ਦੇ ਵਿੱਚ ਲੈ ਗਿਆ ਜਿਵੇਂ ਪਹਿਲਾਂ ਗਏ ਸੀ। ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਾ ਵੀ ਇਸ ਜਗ੍ਹਾ ਤੇ ਜਦੋਂ ਤੂੰ ਪਹਿਲਾਂ ਆਇਆ ਉਦੋਂ ਤੂੰ ਭਿਖਾਰੀ ਬਣ ਕੇ ਆ ਗਿਆ ਕਿ ਇਹ ਤੇਰੇ ਤੇ ਗੁਰੂ ਕਿਰਪਾ ਕਰ ਦੇਵੇ, ਤੇਰੇ ਤੇ ਰਹਿਮਤ ਕਰ ਦੇਵੇ ਤੇ ਤੂੰ ਜੰਗ ਦੇ ਵਿੱਚ ਜੇਤੂ ਹੋ ਜਾਵੇਂ, ਫਤਿਹ ਪਾ ਲਵੇਂ। ਪਰ ਜਦੋਂ ਤੂੰ ਹੁਣ ਵਾਪਸ ਆਇਆ, ਤੂੰ ਹੁਣ ਏਡੀ ਛੇਤੀ ਰਾਜਾ ਕਿਵੇਂ ਬਣ ਗਿਆ? ਵੀ ਗੁਰੂ ਪਰਮਾਤਮਾ ਦੇ ਘਰ ਦੇ ਵਿੱਚ ਆ ਕੇ ਇਹ ਗੱਲ ਕੀ ਜਾਣਾ ਵੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਮੈਂ ਤੈਨੂੰ ਦੇਣੀ ਚਾਹੁੰਦਾ। ਵੀ ਤੂੰ ਇੱਕ ਮਿੰਟ, ਇੱਕ ਸਮੇਂ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਏਡਾ ਵੱਡਾ ਬਾਦਸ਼ਾਹ ਕਿਵੇਂ ਬਣ ਗਿਆ ਵੀ ਤੂੰ ਕੁਝ ਵੀ ਚੀਜ਼ ਜਿਹੜੀ ਉਹ ਦੇਣ ਵਾਸਤੇ ਤਿਆਰ ਹੋ ਗਿਆ। ਫਿਰ ਇਸ ਗੱਲ ਦੀ ਮਹਾਰਾਜਾ ਰਣਜੀਤ ਸਿੰਘ ਨੂੰ ਸਮਝ ਆਈ ਵੀ ਗੁਰੂ ਦੇ ਚਰਨਾਂ ਦੇ ਵਿੱਚ ਕੇਵਲ ਅਸੀਂ ਭਿਖਾਰੀ ਬਣ ਕੇ ਆ ਸਕਦੇ ਹਾਂ, ਇੱਥੇ ਅਸੀਂ ਰਾਜੇ ਜਾਂ ਇੱਥੇ ਬਾਦਸ਼ਾਹ ਨਹੀਂ, ਕਿਉਂਕਿ ਰਾਜਾ ਤੇ ਬਾਦਸ਼ਾਹ ਇੱਕੋ ਹੀ ਹੈ, ਉਹ ਹੈ ਪਰਮਾਤਮਾ ਜਾਂ ਗੁਰੂ। ਅਸੀਂ ਇਹ ਪੰਕਤੀਆਂ ਪੜ੍ਹਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਤੇ ਇੱਕ ਇੱਥੇ ਗੱਲ ਗੁਰੂ ਸਾਹਿਬ ਨੇ ਆਖ ਜ਼ਰੂਰ ਦਿੱਤੀ ਹੈ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ, ਕਿ ਜਿਹਦੇ ਕੋਲ ਬੈਠਿਆ ਅਸੀਂ ਸੋਹਣੇ ਲੱਗਾਂਗੇ। ਤੇ ਉਹ ਕੇਵਲ ਤਾਂ ਕੇਵਲ ਪਰਿਪੂਰਨ ਪਰਮਾਤਮਾ ਜਾਂ ਗੁਰੂ ਹੈ, ਜਿਹਦੇ ਕੋਲ ਬੈਠਿਆ ਅਸੀਂ ਸੋਹਣੇ ਲੱਗ ਸਕਦੇ ਹਾਂ, ਜਿਹਦੇ ਕੋਲ ਬੈਠਿਆ ਸਾਡਾ ਜੀਵਨ ਜਿਹੜਾ ਉਹ ਸੁਲਝ ਸਕਦਾ ਹੈ, ਜਿਹਦੇ ਕੋਲ ਬੈਠਿਆ ਸਾਡਾ ਜੀਵਨ ਜਿਹੜਾ ਉਹ ਪਵਿੱਤਰ ਹੋ ਸਕਦਾ ਹੈ। ਇਹ ਮਹਾਰਾਜਾ ਰਣਜੀਤ ਸਿੰਘ ਨੂੰ ਸਮਝ ਆ ਗਈ ਵੀ ਇੱਕ ਪਰਮਾਤਮਾ ਦੇ ਕੋਲੋਂ ਹੀ ਅਸੀਂ ਮੰਗਣਾ ਹੈ ਤੇ ਉਸ ਪਰਮਾਤਮਾ ਦੇ ਕੋਲੋਂ ਹੀ ਸਾਰੇ ਲੋਕ, ਇਕੱਲਾ ਇੱਕ ਨਹੀਂ, ਸਾਰੇ ਲੋਕ ਜਿਹੜੇ ਹੈ, ਚਾਹੇ ਉਹ ਮਨੁੱਖ ਹੋਣ, ਚਾਹੇ ਜੀਵ ਜੰਤੂ ਹੈ, ਚਾਹੇ ਕੋਈ ਵੀ, ਉਹ ਮੰਗਦੇ ਪਏ ਹੈ। ਹੁਣ ਅਕਾਲ ਪੁਰਖ ਪਰਮਾਤਮਾ ਦੇ ਕੋਲੋਂ ਮੰਗਿਆ, ਪਰ ਮੰਗਣੀ ਕਿਹੜੀ ਚੀਜ਼ ਹੈ? ਬਸ ਮੈਂ ਇਹ ਗੱਲ ਕਹਿ ਕੇ ਸਮਾਪਤੀ ਕਰਨੀ ਚਾਹੁੰਦਾ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਅਕਾਲ ਪੁਰਖ ਪਰਮਾਤਮਾ ਦੇ ਕੋਲੋਂ ਕਿਹੜੀ ਚੀਜ਼ ਵੱਡੀ ਹੈ ਉਹ ਮੰਗਣੀ ਚਾਹੀਦੀ ਹੈ। ਤੇ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਇਹ ਬਚਨ ਆਉਂਦੇ ਹੈ ਕਿ ਬੜਾ ਕੁਝ ਸੰਸਾਰ ਦੇ ਵਿੱਚ ਅਸੀਂ ਹੰਢਾਉਂਦੇ ਹਾਂ, ਚਾਹੇ ਮੋਤੀ ਮਿਲ ਜਾਣ, ਚਾਹੇ ਸਾਨੂੰ ਹੀਰੇ ਜਵਾਹਰਾਤ, ਵੱਡੇ ਵੱਡੇ ਘਰ ਕੋਠੀਆਂ, ਜਾਂ ਸਾਨੂੰ ਪਾਤਸ਼ਾਹੀ ਬਾਦਸ਼ਾਹੀ ਜਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ। ਪਰ ਜਦੋਂ ਪ੍ਰਮਾਤਮਾ ਜੀ ਤੁਸੀਂ ਭੁੱਲ ਜਾਂਦੇ ਹੋ, ਜਦੋਂ ਸਾਡੇ ਮਨ ਦੇ ਵਿੱਚੋਂ ਵਿਸਰ ਜਾਂਦੇ ਹੋ, ਉਦੋਂ ਫਿਰ ਇਹ ਸਾਰਾ ਕੁਝ ਜਿਹੜਾ ਹੈ ਸਾਡੇ ਵਾਸਤੇ ਜ਼ਹਿਰ ਬਣ ਜਾਂਦਾ ਹੈ। ਇਹ ਸਾਡੇ ਵਾਸਤੇ ਕੁਝ ਵੀ ਇਹਦਾ ਮੁੱਲ ਨਹੀਂ ਜੇ ਤੁਸੀਂ ਨਾ ਸਾਡੇ ਕੋਲ ਹੋਏ। ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਜਿਹੜਾ ਸਦਾ ਸਾਨੂੰ ਯਾਦ ਰੱਖਣਾ ਚਾਹੀਦਾ, ਤੇ ਇਹ ਅਰਦਾਸ ਦਾ ਰੂਪ ਹੀ ਹੈ। ਤੇ ਅਰਦਾਸ ਕਿਵੇਂ ਤੇ ਕਿਹੜੀਆਂ ਚੀਜ਼ਾਂ ਅਰਦਾਸ ਦੇ ਵਿੱਚ ਮੰਗਣੀਆਂ ਚਾਹੀਦੀਆਂ? ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ। ਹੁਣ ਇਹ ਅਰਦਾਸ ਕਰ ਦਿੱਤੀ, ਮਤ ਦੇਖ ਭੂਲਾਂ ਵਿਸਰੈ, ਤੇਰਾ ਚੇਤਨਾ ਆਵੇ ਨਾ, ਕਿ ਮੈਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਕਿਤੇ ਤੈਨੂੰ ਭੁੱਲ ਨਾ ਜਾਵਾਂ। ਤੇ ਇਹੀ ਸ਼ਬਦ ਦੇ ਵਿੱਚ ਅਗਾਂਹ ਜਾ ਕੇ ਗੁਰੂ ਸਾਹਿਬ ਜੀ ਨੇ ਇਹ ਗੱਲ ਵੀ ਆਖੀ, ਸਿੱਧ ਹੋਵਾਂ ਸਿੱਧ ਲਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚੇਤਨਾ ਆਵੇ ਨਾਉ। ਰਿੱਧੀਆਂ ਸਿੱਧੀਆਂ ਪ੍ਰਾਪਤੀ ਕਰਨ ਵਾਸਤੇ ਕਈ ਕੋਈ ਜਫਰ ਜਾਲਦਾ ਬੰਦਾ ਕਿ ਮੇਰੇ ਕੋਲ
ਰਿੱਧੀਆਂ ਸਿੱਧੀਆਂ ਕਰਾਮਾਤ ਤਾਕਤਾਂ ਇਹ ਸ਼ਕਤੀਆਂ ਆ ਜਾਣ ਤਾਂ ਜੋ ਮੈਂ ਲੋਕਾਂ ਨੂੰ ਡਰਾਵਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਆਖਿਆ, ਕਹਿੰਦੇ ਵੀ ਇਹ ਸਾਰਾ ਕੁਝ ਤੁਹਾਨੂੰ ਮਿਲ ਜਾਵੇ, ਸਿੱਧੀਆਂ ਆ ਜਾਣ ਤੁਹਾਡੇ ਕੋਲ, ਰਿੱਧੀਆਂ ਆ ਜਾਣ, ਸਿੱਧ ਬਣ ਜਾਓ, ਕਰਾਮਾਤ ਸ਼ਕਤੀਆਂ ਜ਼ੋਰ ਤੁਹਾਡਾ ਚੱਲੇ ਤੇ ਲੋਕ ਤੁਹਾਡੇ ਹੁਕਮ ਦੀ ਪਾਲਣਾ ਵੀ ਕਰਨ। ਪਰ ਇੱਕ ਗੱਲ ਅਕਾਲ ਪੁਰਖ ਦੇ ਸਾਹਮਣੇ ਉਹਨਾਂ ਨੇ ਆਖੀ, ਕਹਿੰਦੇ ਰੱਬ ਜੀ ਇਹ ਸਾਰਾ ਕੁਝ ਮਿਲ ਵੀ ਜਾਣ ਕੋਈ ਗੱਲ ਨਹੀਂ, ਪਰ ਜੇ ਇਹਨਾਂ ਚੀਜ਼ਾਂ ਨੂੰ, ਇਹਨਾਂ ਤਾਕਤਾਂ ਨੂੰ ਹਾਸਲ ਕਰਕੇ ਮੈਂ ਤੈਨੂੰ ਭੁੱਲ ਗਿਆ, ਫਿਰ ਇਹ ਚੀਜ਼ਾਂ ਸਾਰੀਆਂ ਮੇਰੇ ਵਾਸਤੇ ਨਾ ਦੇ ਬਰੋਬਰ ਹੈ, ਵੀ ਮੈਨੂੰ ਇਹ ਚੀਜ਼ਾਂ ਚਾਹੀਦੀਆਂ ਨੇ। ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਇੱਕ ਤੇਰਾ ਪ੍ਰਮਾਤਮਾ ਜੀ ਨਾਮ ਜਿਹੜਾ ਹੈ, ਤੇਰੀ ਬੰਦਗੀ, ਇਹ ਮੈਨੂੰ ਸਦਾ ਮੇਰੇ ਜੀਵਨ ਦੇ ਵਿੱਚ ਚਾਹੀਦੀ ਹੈ, ਕਿਉਂਕਿ ਵਿਣ ਤੋਂ ਦਹੂਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਕਿ ਜਿਸ ਦਿਨ ਤੇਰੇ ਨਾਮ ਦੀ ਪ੍ਰਾਪਤੀ ਹੋ ਗਈ, ਤੇਰਾ ਨਾਮ ਮੈਨੂੰ ਮਿਲ ਗਿਆ, ਉਸ ਦਿਨ ਮੇਰੇ ਅੰਦਰ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਹ ਲੈ ਜਾਣਗੀਆਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਇਹ ਬੋਲ ਹੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਕਿ ਜਿੰਨੀਆਂ ਮਰਜ਼ੀ ਇਹ ਪੰਡਾਂ ਤੋਂ ਭਰ ਲਾ, ਚਾਹੇ ਉਹ ਉਹਨਾਂ ਨੂੰ ਧਾਰਮਿਕ ਤੌਰ ਤੇ ਲਾ ਲਈਏ, ਚਾਹੇ ਇਹਨੂੰ ਅਸੀਂ ਸਮਾਜਿਕ ਤੌਰ ਤੇ ਲਾ ਲਈਏ, ਇਹਨੂੰ ਗਿਆਨ ਦੀਆਂ ਪੰਡਾਂ ਵੀ ਕਹਿ ਸਕਦੇ ਹਾਂ। ਵੀ ਬੰਦਾ ਕਈ ਵਾਰੀ ਹੁੰਦਾ ਵੀ ਮੇਰੇ ਕੋਲ ਗਿਆਨ ਬਹੁਤ ਜ਼ਿਆਦਾ ਹੈ, ਤੇ ਉਹਨਾਂ ਗਿਆਨ ਦੀਆਂ ਪੰਡਾਂ ਭਰ ਕੇ ਸ਼ਾਇਦ ਆਪਣੇ ਆਪ ਨੂੰ ਸਮਝੀ ਜਾਂਦਾ ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਉਹਨੂੰ ਚਾਹੇ ਧਾਰਮਿਕ ਤੌਰ ਤੇ ਲਾ ਲਈਏ, ਚਾਹੇ ਸਮਾਜਿਕ ਤੌਰ ਤੇ ਲਾ ਲਈਏ, ਚਾਹੇ ਇਹਨੂੰ ਰਾਜਨੀਤਿਕ ਤੌਰ ਤੇ ਲਾ ਲਈਏ, ਇਹ ਪੰਡਾਂ ਵਸਤੂਆਂ ਵਾ ਜਿਹੜੀਆਂ ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਈਏ, ਪਰ ਇੱਕ ਗੱਲ ਗੁਰੂ ਸਾਹਿਬ ਜੀ ਨੇ ਆਖ ਦਿੱਤੀ ਕਿ ਜਦੋਂ ਤੱਕ ਪ੍ਰਮਾਤਮਾ ਦਾ ਨਾਮ ਮਿਲ ਕੇ ਸਾਨੂੰ ਸੰਤੋਖ ਪ੍ਰਾਪਤ ਨਹੀਂ ਹੁੰਦਾ, ਉਦੋਂ ਤੱਕ ਸਾਡੀ ਜਿਹੜੀ ਭੁੱਖ ਉਹ ਲੈਂਦੀ ਨਹੀਂ। ਵਿਣ ਤੋਂ ਦਹੂਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਮੇਰੀਆਂ ਸਾਰੀਆਂ ਚਿੰਤਾਵਾਂ, ਮੇਰੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਹ ਲੈ ਜਾਣਗੀਆਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਅਰਦਾਸ ਸਿਖਾਈ ਹੈ ਕਿ ਅਰਦਾਸ ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਰੀਏ। ਇਹਦੀ ਲੋੜ ਕਿਉਂ ਹੈ ਔਰ ਇਹਦਾ ਮਨੋਰਥ ਕੀ ਹੈ, ਇਹਦਾ ਅਰਥ ਕੀ ਹੈ, ਅਰਦਾਸ ਹੈ ਕੀ, ਇਹ ਅੱਜ ਤੁਹਾਡੇ ਨਾਲ ਵਿਚਾਰਾਂ ਕਰਨ ਦਾ ਸਮਾਂ ਪ੍ਰਾਪਤ ਹੋਇਆ। ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਮੈਂ ਅਰਦਾਸ ਕਰਦਾ ਹਾਂ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਅਸੀਂ ਦੁਨਿਆਵੀ ਬਾਬਿਆਂ ਨੂੰ ਜਾਂ ਦੁਨਿਆਵੀ ਜਿਹੜੀਆਂ ਹੋਰ ਗੱਦੀਆਂ ਲਾ ਕੇ ਬੈਠੇ ਆ, ਇਹਨਾਂ ਤੋਂ ਛੁਟਕਾਰਾ ਸਾਡਾ ਪੈ ਜਾਵੇ। ਅਸੀਂ ਸਿੱਧੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਜੁੜੀਏ, ਅਕਾਲ ਪੁਰਖ ਦੇ ਨਾਲ ਜੁੜੀਏ। ਸਾਡਾ ਅਕਾਲ ਪੁਰਖ ਤੇ ਭਰੋਸਾ ਬਣੇ, ਗੁਰੂ ਤੇ ਸਾਡਾ ਭਰੋਸਾ ਬਣੇ, ਔਰ ਪੰਥ ਦੇ ਵਿੱਚ ਅਸੀਂ ਬਣ ਕੇ ਬਾਣੀ ਔਰ ਬਾਣੀ ਦੇ ਨਾਲ ਜੁੜ ਕੇ, ਅਕਾਲ ਪੁਰਖ ਨਾਲ ਜੁੜ ਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਸਕੀਏ। ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਐਜੂਕੇਟ ਪੰਜਾਬ ਪ੍ਰੋਜੈਕਟ ਦੇ ਜਿਹੜੇ ਮੁਖੀ ਵੀ ਹੈ ਵੀਰ ਜਸਵਿੰਦਰ ਸਿੰਘ ਜੀ ਖਾਲਸਾ, ਜਿਹੜੇ ਇਸ ਸਮੁੱਚੇ ਪ੍ਰੋਜੈਕਟ ਨੂੰ ਜਾਂ ਇਸ ਮੁਹਿੰਮ ਨੂੰ ਚਲਾ ਰਹੇ ਆ, ਭੈਣ ਜੀ ਉਹਨਾਂ ਦਾ ਧੰਨਵਾਦ। ਮੈਂ ਇੱਕ ਦਿਨ ਅੱਗੇ ਵੀ ਦਰਸ਼ਨ ਕੀਤੇ ਸੀ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਗਾਈਡ ਕਰ ਰਹੇ ਹੋ। ਤੇ ਵੀਰ ਸਰਬਜੀਤ ਸਿੰਘ ਜੀ ਖਾਲਸਾ ਅਜਨਾਲੇ ਵਾਲੇ, ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੇ ਜ਼ਰੀਏ ਮੈਂ ਆਪ ਸੰਗਤਾਂ ਦੇ ਦਰਸ਼ਨ ਕੀਤੇ ਹੈ। ਮੇਰੀਆਂ ਭੁੱਲਾਂ ਜੀ ਮੇਰੀ ਝੋਲੀ ਦੇ ਵਿੱਚ ਪਾ ਦਿਓ। ਧੰਨਵਾਦ ਤੁਹਾਡਾ। ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵੀਰ ਸਰਬਜੀਤ ਸਿੰਘ ਅਜਨਾਲਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੇ ਸਦਕਾ ਅਸੀਂ ਵੀਰ ਜੀਆਂ ਦੇ ਇਹ ਬੜਮੁੱਲੇ ਵਿਚਾਰ ਹੈ ਜਿਹੜੇ ਸੁਣ ਸਕੇ ਆ। ਸੋ ਬਹੁਤ ਬਹੁਤ ਧੰਨਵਾਦ। ਸਾਹਿਬ ਦੇ ਅੰਦਰ ਬਹੁਤ ਸਾਰੇ ਪੱਥਰ ਲੱਗੇ ਹੁੰਦੇ ਆ ਤੇ ਨਾਮ ਲਿਖਿਆ ਹੁੰਦਾ, ਦਾਨ ਕੀਤਾ, ਇੰਨਾ ਦਾਨ ਕੀਤਾ ਕਿ ਇੱਥੇ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਇੱਕ ਵਾਲੇ ਅਰਦਾਸ ਕਰਦੇ ਹਾਂ, ਵਾਹਿਗੁਰੂ ਜੀ ਸਾਨੂੰ ਇਹ ਚੀਜ਼ਾਂ ਬਖਸ਼ੋ, ਵਾਹਿਗੁਰੂ ਜੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ, ਤੇ ਦੂਜੇ ਪਾਸੇ ਅਸੀਂ ਜੇ ਕੁਝ ਚੜਾਉਨੇ ਆ ਦਾਨ ਕਰਨ ਤੇ ਫਿਰ ਨਾਮ ਕਰੋ ਅੱਖਾਂ ਤੇ ਹੋਰ ਥਾਵਾਂ ਤੇ ਪੱਥਰਾਂ ਤੇ ਬਹੁਤ ਸਾਰਾ ਅਸੀਂ ਨਾਮ ਦੇਖਦੇ ਹਾਂ। ਸਾਡੀ ਅਗਿਆਨਤਾ ਹੈ ਕਿ ਅਸੀਂ ਆਪਣਾ ਨਾਮ ਦਾਨੀ ਬਣ ਕੇ ਨਾਮ ਲਿਖਾਉਂਦੇ ਆ। ਸੋ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਮੰਗਣਾ ਤਾਂ ਸੱਚ ਚੁੱਕ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਸ ਵਾਹਿਗੁਰੂ ਨੂੰ, ਪਰਮਾਤਮਾ ਨੂੰ ਮੰਗਣਾ ਹੈ
ਜਿਵੇਂ ਇੱਕ ਛੋਟੀ ਜੀ ਕਹਾਣੀ ਮਾਤਰ ਹੈ ਕਿ ਇੱਕ ਰਾਜੇ ਨੇ ਇੱਕ ਵਾਰੀ ਕਿਹਾ ਕਿ ਅੱਜ ਦਾ ਦਿਨ ਮੈਂ ਆਪਣੇ ਦਰਬਾਰ ਦੇ ਦਰਵਾਜ਼ੇ ਖੁੱਲੇ ਰੱਖੇ ਆ ਕਿ ਸਾਰੇ ਨਗਰ ਨੂੰ ਹੁਕਮ ਹੈ ਕਿ ਕੋਈ ਵੀ ਆ ਕੇ ਕਿਸੇ ਵੀ ਚੀਜ਼ ਨੂੰ ਜਿਹਨੂੰ ਵੀ ਮਰਜ਼ੀ ਆ ਕੇ ਹੱਥ ਲਾਵੇ ਉਹ ਉਸੇ ਦੀ ਹੋ ਜਾਵੇਗੀ, ਉਸ ਨੂੰ ਚੁੱਕ ਕੇ ਲੈ ਆ ਸਕਦਾ ਹੈ। ਤੇ ਬਹੁਤ ਸਾਰੇ ਜਿਹੜੇ ਨਗਰ ਦੇ ਲੋਕ ਹੈ ਸਾਰੇ ਗਏ ਦਰਬਾਰ ਦੇ ਵਿੱਚ, ਰਾਜੇ ਦੇ ਵਿੱਚ, ਤੇ ਸਭ ਨੇ, ਕਿਸੇ ਨੇ ਕੁਛ ਚੁੱਕਿਆ, ਕਿਸੇ ਨੇ ਕੁਛ, ਜੋ ਵੀ ਚੰਗਾ ਲੱਗਿਆ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਰਾਜੇ ਦੇ ਮਹਿਲ ਵਿੱਚ ਚੀਜ਼ਾਂ ਵਸਤੂਆਂ ਸੀ, ਤਾਂ ਕਿਸੇ ਨੇ ਕਿਸੇ ਨੂੰ ਹੱਥ ਲਾ ਕੇ ਚੁੱਕਿਆ, ਕਿਸੇ ਨੇ ਕਿਸੇ ਨੂੰ। ਤੇ ਇੱਕ ਛੋਟੀ ਜੀ ਬੱਚੀ ਕਹਿੰਦੇ ਉਹ ਚਾਰ ਚੁਫੇਰੇ ਦੇਖਦੀ ਹੈ ਤੇ ਰਾਜੇ ਵੱਲ ਵੱਧਦੀ ਜਾ ਰਹੀ ਹੈ, ਤੇ ਰਾਜਾ ਵੀ ਦੇਖਦਾ ਵੀ ਇਸ ਛੋਟੀ ਜੀ ਬੱਚੀ ਨੂੰ ਕੁਛ ਪਤਾ ਨਹੀਂ ਲੱਗਦਾ ਵੀ ਮੈਂ ਕੀ ਚੁੱਕਣਾ ਹੈਗਾ। ਤਾਂ ਜਦੋਂ ਉਹ ਹੌਲੀ ਹੌਲੀ ਰਾਜੇ ਦੇ ਕੋਲੇ ਚਲੀ ਜਾਂਦੀ ਹੈ ਤੇ ਰਾਜੇ ਨੂੰ ਹੀ ਹੱਥ ਲਾ ਲੈਂਦੀ ਹੈ ਤੇ ਨਾਲ ਕਹਿੰਦੀ ਹੈ ਕਿ ਮੈਨੂੰ ਤੇ ਤੁਸੀਂ ਹੀ ਚਾਹੀਦੇ ਆ। ਭਾਵ ਸਾਡਾ ਰਾਜਾ ਸਾਡਾ ਵਾਹਿਗੁਰੂ ਹੈ, ਪਰਮਾਤਮਾ ਹੈ, ਕਿ ਉਸ ਵਾਹਿਗੁਰੂ ਨੂੰ ਲੈ ਲਈਏ, ਬਾਕੀ ਸਭ ਕੁਝ ਆਪਣੇ ਆਪ ਹੀ ਆ ਜਾਵੇਗਾ। ਸੋ ਹੁਣ ਅਸੀਂ ਕੁਝ ਕੁ ਹੈਂਡ ਰੇਜ਼ ਨੇ ਜਿਹੜੇ ਬੱਚਿਆਂ ਨੂੰ ਬੇਨਤੀ ਹੈ, ਬੇਟਾ ਜੀ ਤੁਸੀਂ ਇਸ ਅਰਦਾਸ ਦੇ ਨਾਲ ਰਿਲੇਟਡ ਤਾਂ ਆਪਣੇ ਸਵਾਲ ਹੈ ਜਿਹੜੇ ਉਹ ਰੱਖ ਸਕਦੇ ਹੋ ਜੀ। ਹਾਂਜੀ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਸਵਾਲ ਇਹ ਸੀ ਕਿ ਜਦੋਂ ਆਪਾਂ ਕੋਈ ਵੀ ਬਾਣੀ ਪੜ੍ਹਦੇ ਹਾਂ ਸਰ, ਵੀ ਉਦੋਂ ਬਾਅਦ ਆਪਾਂ ਅਰਦਾਸ ਕਿਉਂ ਕਰਦੇ ਹਾਂ, ਹੋਰ ਕੋਈ ਬਾਣੀ ਕਿਉਂ ਨਹੀਂ ਕਰਦੇ? ਦੁਬਾਰਾ ਬੋਲੇ ਜੀ। ਆਪਾਂ ਕੋਈ ਬਾਣੀ ਪੜ੍ਹਦੇ ਹਾਂ ਉਦੋਂ ਬਾਅਦ ਆਪਾਂ ਅਰਦਾਸ ਕਿਉਂ ਕਰਦੇ ਹਾਂ? ਹਾਂਜੀ ਵੀਰ ਜੀ। ਵਾਹਿਗੁਰੂ। ਹਾਂਜੀ ਬੇਟਾ, ਇਹ ਬੱਚੀ ਦਾ ਸਵਾਲ ਬਹੁਤ ਸੋਹਣਾ ਵਾ ਕਿ ਜਦੋਂ ਅਸੀਂ ਕੋਈ ਵੀ ਬਾਣੀ ਪੜ੍ਹਦੇ ਹਾਂ ਤੇ ਅਰਦਾਸ ਕਿਉਂ ਕਰਦੇ ਹਾਂ। ਦੇਖੋ, ਗੁਰਬਾਣੀ ਅਕਾਲ ਪੁਰਖ ਦੇ ਬੋਲ ਹੈ ਤੇ ਅਕਾਲ ਪੁਰਖ ਆਪ ਖੁਦ ਹੈ ਜੀ। ਤੇ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਤਾਂ ਕਰਦੇ ਹਾਂ ਕਿ ਜਿਹੜੀ ਬਾਣੀ ਪੜ੍ਹੀ ਹੈ ਇਹਦੇ ਵਿੱਚ ਲਗ ਮਾਤਰ ਕੋਈ ਰਹਿ ਗਈ ਹੋਵੇ ਤੇ ਅਗਾਂਹ ਸਾਨੂੰ ਸੋਝੀ ਆ ਜਾਵੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਗੁਰੂ ਬਖਸ਼ਣ ਹਾਰ ਹੈ ਕਿ ਸਾਡੀ ਕੋਈ ਵੀ ਗਲਤੀ ਹੈ, ਸਾਡੀ ਕੋਈ ਵੀ ਭੁੱਲ ਹੈ, ਉਹ ਸਾਨੂੰ ਮੁਆਫ਼ ਕਰ ਦਿੰਦਾ ਹੈ। ਜਿਵੇਂ ਅਸੀਂ ਕੋਈ ਕਲਾਸ ਵੀ ਕੋਈ ਲਾਉਂਦੇ ਸਕੂਲ ਦੇ ਵਿੱਚ, ਤੇ ਸਕੂਲ ਦੇ ਵਿੱਚ ਕਲਾਸ ਲਾਉਂਦੇ ਹਾਂ, ਜਦੋਂ ਸਾਨੂੰ ਪੜ੍ਹਾਇਆ ਜਾਂਦਾ ਹੈ, ਪੜ੍ਹਾਉਣ ਤੋਂ ਬਾਅਦ ਫਿਰ ਸਾਡਾ ਟੈਸਟ ਵੀ ਲਿਆ ਜਾਂਦਾ ਹੈ। ਟੈਸਟ ਦੇ ਵਿੱਚ ਚਾਹੇ ਉਹ ਲਿਖਤੀ ਹੋਵੇ ਤੇ ਚਾਹੇ ਉਹ ਅਸੀਂ ਲਰਨ ਕਰਕੇ ਜਾਈਏ, ਤੇ ਜਦੋਂ ਅਸੀਂ ਪੂਰਾ ਸੁਣਾ ਦਿੰਦੇ ਹਾਂ ਉਦੋਂ ਬਾਅਦ ਫਿਰ ਗਲਤੀ ਵੀ ਉਹ ਸਾਡਾ ਟੀਚਰ ਜਿਹੜਾ ਉਹ ਸਾਨੂੰ ਦੱਸ ਹੀ ਦਿੰਦਾ ਹੈ। ਤੇ ਜਦੋਂ ਸਾਨੂੰ ਕੋਈ ਗਲਤੀ ਦੱਸਦੀ ਹੈ, ਸਾਡੀ ਗਲਤੀ ਵਾਰ-ਵਾਰ ਹੁੰਦੀ ਹੈ, ਅਸੀਂ ਉਹ ਫਿਰ ਸਾਨੂੰ ਮੁਆਫ਼ ਵੀ ਕਰ ਦਿੰਦਾ ਜਦੋਂ ਅਸੀਂ ਗਲਤੀ ਵਾਸਤੇ ਮੁਆਫ਼ੀ ਮੰਗਦੇ ਹਾਂ। ਇੱਕ ਆਪਣੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣ ਵਾਸਤੇ ਅਗਾਂਹ ਜਿਹੜੀ ਸੋਝੀ ਲੈਣ ਵਾਸਤੇ ਇੱਕ ਬੇਨਤੀ ਕਰਦੇ ਹਾਂ ਕਿ ਅਗਾਂਹ ਸਾਨੂੰ ਰਸਤਾ ਦਿਓ, ਤਾਂ ਜੋ ਅਸੀਂ ਚੰਗੇ ਤਰੀਕੇ ਦੇ ਨਾਲ ਗੁਰਬਾਣੀ ਪੜ੍ਹ ਸਕੀਏ, ਸਾਨੂੰ ਸਮਝ ਆ ਸਕੇ। ਇੱਕ ਵਿਧੀ ਵਿਧਾਨ ਹੈ ਆਪਣੇ ਖਾਲਸੇ ਦਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਅਰਦਾਸ ਬਾਰੇ ਦੱਸਿਆ। ਜਿਵੇਂ ਆਪਾਂ ਕਹਿੰਦੇ ਵੀ ਆਪਾਂ ਰੱਬ ਤੋਂ ਕੁਛ ਵੀ ਮੰਗੀਏ, ਆਪਣੀ ਉਹ ਵਿਸ਼ ਪੂਰੀ ਹੁੰਦੀ ਹੈ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਹਨਾ। ਆਪਾਂ ਜੀ ਅਰਦਾਸ ਚ ਡੇਲੀ ਪੜ੍ਹਦੇ ਹਾਂ ਵੀ ਨਨਕਾਣਾ ਸਾਹਿਬ ਨੂੰ ਗੁਰੂ ਪੰਥ ਤੋਂ ਵਿਛੋੜਿਆ ਗਿਆ, ਵੀ ਉਹਨੂੰ ਵੀ ਹੁਣ ਤੋਂ ਰਸਤਾ ਖੁੱਲ ਚੁੱਕਿਆ, ਹਨਾ। ਵੀ ਹੁਣ ਆਪਾਂ ਨੂੰ ਅਰਦਾਸ ਵਿੱਚੋਂ ਕਹਿਣਾ ਨੀ ਚਾਹੀਦਾ ਵੀ। ਤੇ ਇੱਕ ਮੇਰਾ ਕੁਐਸਚਨ ਐਵੇਂ ਸੀ ਵੀ ਜਿਵੇਂ ਨਨਕਾਣਾ ਸਾਹਿਬ ਦੇ ਵਿੱਚ ਵੀ ਅਰਦਾਸ ਹੁੰਦੀ ਹੋਵੇਗੀ, ਉੱਥੇ ਵੀ ਅਰਦਾਸ ਸੇਮ ਹੁੰਦੀ ਹੈ ਵੀ ਨਨਕਾਣਾ ਸਾਹਿਬ ਨੂੰ ਵਿਛੋੜਿਆ ਗਿਆ, ਵੀ ਹੁਣ ਤਾਂ ਖੁੱਲੇ ਦਰਸ਼ਨ ਦੀਦਾਰ ਹੋ ਚੁੱਕੇ ਨੇ, ਵੀ ਹੁਣ ਅਰਦਾਸ ਇਹ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ? ਨਹੀਂ, ਇਹ ਅਜੇ ਖੁੱਲੇ ਨਹੀਂ ਕਹਿ ਸਕਦੇ ਆ, ਅਜੇ ਵੀ ਵੀਜ਼ਾ ਲਵਾ ਕੇ ਹੀ ਸਾਨੂੰ ਜਾਣਾ ਪੈ ਰਿਹਾ, ਕਿਉਂਕਿ ਜਿਨ੍ਹਾਂ ਦਾ ਵੀਜ਼ਾ ਲੱਗਦਾ ਉਹ ਜਾਂਦੇ ਆ, ਅਜੇ ਖੁੱਲੇ ਨਹੀਂ ਹੋਏ ਸਾਨੂੰ। ਖੁੱਲੇ ਤੇ ਹੋਣਗੇ ਜਿੱਦਾਂ ਆਪਾਂ ਅੱਜ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਚਲੇ ਜਾਂਦੇ ਹਾਂ, ਤੇ ਜਾਂ ਆਪਾਂ ਸਿੱਧਾ ਭਾਰਤ ਦੇ ਵਿੱਚ ਕਿਸੇ, ਅਜੇ ਵੀ ਸਾਨੂੰ ਜਿਹੜੀ ਬਾਰਡਰ ਲਾਈਨ ਜਿਹੜੀ ਕ੍ਰੋਸ ਕਰਕੇ ਜਾਣਾ ਪੈਂਦਾ। ਇਸ ਕਰਕੇ ਆਪਾਂ ਅਕਾਲ ਪੁਰਖ ਦੇ ਕੋਲੇ ਇਹ ਬੇਨਤੀ ਇਹ ਮੰਗ ਕਰਦੇ ਹਾਂ ਕਿ ਅਕਾਲ ਪੁਰਖ ਜੀ ਸਾਨੂੰ ਖੁੱਲੇ ਜਦੋਂ ਮਰਜ਼ੀ ਅਸੀਂ ਜਾ ਸਕੀਏ, ਜਦੋਂ ਸਾਡਾ ਚਿੱਤ ਕਰੇ। ਕਿਉਂਕਿ ਜੇ ਮੰਨ ਲਓ ਅੱਜ ਸਾਡਾ ਮਨ ਕਰਦਾ, ਪਰ ਫਿਰ ਵੀ ਜਦੋਂ ਤੱਕ ਸਾਨੂੰ ਵੀਜ਼ਾ ਨਹੀਂ ਮਿਲਦਾ ਉਦੋਂ ਤੱਕ ਅਸੀਂ ਜਾਂਦੇ ਨਹੀਂ ਹਾਂ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਸ ਦਿਨ ਇਹ ਖੁੱਲੇ ਦਰਸ਼ਨਦਾਰ ਹੋ ਜਾਣਗੇ, ਖਾਲਸੇ ਪੰਥ ਦੇ ਕੋਲ ਇਹ ਅਧਿਕਾਰ ਹੈ, ਗੁਰੂ ਸਾਹਿਬ ਨੇ ਦਿੱਤਾ ਕਿ ਉਹ ਇਹਨਾਂ ਪੰਕਤੀਆਂ ਦੇ ਵਿੱਚ ਚੇਂਜ ਲਿਆ ਸਕਦੇ ਆ, ਜਾਂ ਇਹਨਾਂ ਦੇ ਵਿੱਚ ਕੱਟ ਕਰ ਸਕਦੇ ਆ, ਕੋਈ ਵੀ ਐਡ ਚੀਜ਼ ਹੋ ਸਕਦੀ ਹੈ। ਹਾਂਜੀ, ਧੰਨਵਾਦ ਜੀ।
ਹਾਂਜੀ ਬੇਟਾ ਮੇਨ। ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਕੁਐਸਚਨ ਸੀਗਾ ਕਿ ਜੇ ਅਰਦਾਸ ਕਰਨ ਮਾਫੀ ਮੰਗਣ ਲਈ ਅਰਦਾਸ ਕਰਨੀ ਜ਼ਰੂਰੀ ਹੈ, ਰੱਬ ਤੋਂ ਮਾਫੀ ਮੰਗਣ ਲਈ? ਬਿਲਕੁਲ ਜੀ, ਜ਼ਰੂਰੀ ਹੈ ਜੀ, ਜ਼ਰੂਰੀ ਹੈ ਅਰਦਾਸ। ਇੱਕ ਦੇਖੋ ਇੱਕ ਤੇ ਆ ਵੀ ਅਰਦਾਸ ਮਾਫੀ ਮੰਗਣ ਵਾਸਤੇ, ਦੂਸਰੀ ਗੱਲ ਅਰਦਾਸ ਦੇ ਵਿੱਚ ਸਾਡਾ ਸਮੁੱਚਾ ਇਤਿਹਾਸ ਹੈ ਜੀ। ਜਦੋਂ ਅਸੀਂ ਪੜ੍ਹਦੇ ਹਾਂ ਪੰਜਾਂ ਪਿਆਰਿਆਂ ਦਾ ਨਾਂ ਆਉਂਦਾ ਵਾ, 40 ਮੁਕਤਿਆਂ ਦਾ ਨਾਂ ਆਉਂਦਾ, ਉਹਨਾਂ ਨੂੰ ਅਸੀਂ ਯਾਦ ਵੀ ਕਰਦੇ ਹਾਂ। ਜਦੋਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਫਿਰ ਆਪਣੇ ਆਪ ਸਾਡੇ ਮੂੰਹ 'ਚ ਆਉਂਦਾ ਵਾਹਿਗੁਰੂ। ਵੀ ਜਦੋਂ ਅਸੀਂ ਇਹ ਮੰਨ ਲਓ ਅਰਦਾਸ ਛੱਡ ਦਿੱਤੀ, ਉਹ ਇਤਿਹਾਸ ਇੱਕ ਸਾਡੇ ਤੋਂ ਵਿਸਰ ਜਾਵੇਗਾ। ਉਹਨਾਂ ਨੂੰ ਯਾਦ ਕਰਦੇ ਹਾਂ 2 ਟਾਈਮ ਤੇ ਫਿਰ ਕੋਈ ਗੁਰਬਾਣੀ ਪੜ੍ਹਦੇ ਹਾਂ ਮੰਨ ਲਓ ਸਾਡੇ ਤੋਂ ਭੁੱਲ ਹੁੰਦੀ ਆ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਅਗਾਂਹ ਸੋਝੀ ਲੈਣ ਵਾਸਤੇ ਅਕਾਲ ਪੁਰਖ ਦੇ ਕੋਲੋਂ ਇੱਕ ਅਰਦਾਸ ਕਰੀਏ, ਕਿਉਂਕਿ ਅਸੀਂ ਬੱਚੇ ਆ ਨਾ, ਤਾਂ ਕਰਕੇ ਉਸ ਪ੍ਰਮਾਤਮਾ ਦੇ ਕੋਲੋਂ, ਗੁਰੂ ਦੇ ਕੋਲੋਂ ਸਾਨੂੰ ਸੋਝੀ ਲੈਣ ਵਾਸਤੇ ਇਹ ਜ਼ਰੂਰੀ ਆ ਕਿ ਅਸੀਂ ਗਲ ਵਿੱਚ ਪੱਲਾ ਪਾ ਕੇ ਜਾਂ ਇੱਕ ਨਿਆਣੇ ਜਿਹੇ ਬਣ ਕੇ ਉਹਦੇ ਕੋਲੋਂ ਭੁੱਲਾਂ ਦੀ ਮੁਆਫੀ ਬਖਸ਼ਾਉਣ ਵਾਸਤੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰਾ ਸਵਾਲ ਸੀ ਕਿ ਤੁਸੀਂ ਇੱਕ ਤੁਕ ਬੋਲੀ ਸੀ ਨਾ, ਮਤ ਭੁੱਲਾਂ ਚਿਤ ਵਿਸਰੇ, ਇਹ ਤੋਂ ਅੱਗੇ ਜੀ। ਕੀ ਬੋਲਿਆ ਸੀ ਮੈਨੂੰ ਸੁਣਿਆ ਨਹੀਂ। ਮਤ ਭੁੱਲਾਂ, ਮਤ ਦੇਖ ਭੁੱਲਾਂ। ਹਾਂ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨ ਆਵੈ ਨਾਉ। ਠੀਕ। ਤੇਰਾ ਚੇਤਨ ਆਵੈ ਨਾਉ, ਕਿ ਮਤਾ ਕਿਤੇ ਮੈਂ ਇਹਨਾਂ ਚੀਜ਼ਾਂ ਜਿਹੜੀਆਂ ਉੱਪਰ ਗਿਣਾਈਆਂ ਨਾ, ਮੋਤੀ ਦਾ ਮੰਦਰ ਉਸਰੈ ਰਤਨੀ ਤਾਂ ਹੋਹੇ ਜੜਾਉ, ਇਹਨਾਂ ਚੀਜ਼ਾਂ ਨੂੰ ਵੇਖ ਕੇ, ਮੋਤੀਆਂ ਨੂੰ ਵੇਖ ਕੇ, ਹੀਰਿਆਂ ਨੂੰ ਵੇਖ ਕੇ, ਜਾਂ ਜਵਾਹਰਾਤ ਨੂੰ ਵੇਖ ਕੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਕਿਤੇ ਮੈਂ ਤੈਨੂੰ ਭੁੱਲ ਨਾ ਜਾਵਾਂ। ਠੀਕ ਹੈ ਜੀ। ਆਹ ਜਿਹੜਾ ਸ਼ਬਦ ਆਵੇ ਭੈਣ ਜੀ ਉਹਨਾਂ ਨੇ ਤੁਹਾਨੂੰ ਦਿਖਾ ਦਿੱਤਾ। ਤੇ ਇਹ ਸਾਰੀਆਂ ਚੀਜ਼ਾਂ ਵੇਖ ਕੇ ਕਿਤੇ ਜਿੱਦਾਂ ਹੁਣ ਆਪਣੀਆਂ ਕੋਠੀਆਂ ਬਣੀਆਂ ਹੁੰਦੀਆਂ, ਸਾਡੇ ਕੋਲ ਕਾਰਾਂ ਆ ਜਾਣ, ਜਾਂ ਮੈਂ ਨੌਕਰੀ ਲੱਗ ਜਾਵਾਂ, ਜਾਂ ਕੁਝ ਮੈਨੂੰ MLA ਦੀ ਪੋਸਟ ਮਿਲ ਜਾਵੇ, ਕੋਈ MP ਬਣ ਜਾਵੇ, ਇਹ ਪੋਸਟਾਂ ਨੂੰ ਲੈ ਕੇ ਜਾਂ ਇਹਨਾਂ ਵਸਤੂਆਂ ਨੂੰ ਵੇਖ ਕੇ ਕਿਤੇ ਰੱਬ ਜੀ ਮੈਂ ਤੁਹਾਨੂੰ ਆਪਣੇ ਮਨ ਦੇ ਵਿੱਚ ਵਸਾਰਨ ਦੇਵਾਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਅਰਦਾਸ ਕੀਤੀ ਹੈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ। ਹਾਂਜੀ। ਜੇਕਰ ਰੱਬ ਸਭ ਚਾਹੁੰਦਾ ਹੈ ਤਾਂ ਅਰਦਾਸ ਰਾਹੀਂ ਉਸਨੂੰ ਆਪਣੀਆਂ ਲੋੜਾਂ ਦੱਸਣ ਦੀ ਕੀ ਲੋੜ ਹੈ? ਬੱਚੇ ਦਾ ਸਵਾਲ ਸੀ ਕਿ ਜੇਕਰ ਰੱਬ ਸਭ ਜਾਣਦਾ ਹੈ ਤੇ ਫਿਰ ਸਾਨੂੰ ਅਰਦਾਸ ਕਰਨ ਦੀ ਕੀ ਲੋੜ ਹੈ। ਸਾਡੇ ਮੰਮਾ ਪਾਪਾ ਨੂੰ ਵੀ ਤਾਂ ਪਤਾ ਹੁੰਦਾ ਕਿ ਸਾਨੂੰ ਕੀ ਚੀਜ਼ ਚਾਹੀਦੀ ਹੈ, ਫਿਰ ਵੀ ਸਾਨੂੰ ਮੰਗਣਾ ਪੈਂਦਾ ਨਾ। ਤੇ ਅਸੀਂ ਅਗਰ ਰੱਬ ਨੂੰ ਆਪਣੇ ਮੰਮਾ ਪਾਪਾ ਦੀ ਤਰ੍ਹਾਂ, ਫਰੈਂਡ ਦੀ ਤਰ੍ਹਾਂ, ਹਰ ਰਿਸ਼ਤੇ ਨਾਲ ਉਹਨਾਂ ਨੂੰ ਦੇਖ ਸਕਦੇ ਹਾਂ ਤੇ ਅਰਦਾਸ ਕਰਕੇ ਅਸੀਂ ਆਪਣੀ ਲੋੜ ਦੱਸਦੇ ਹੁੰਦੇ ਹਾਂ। ਜ਼ਰੂਰ ਸਾਡੇ ਮਾਤਾ ਪਿਤਾ ਵੀ, ਉਹਨਾਂ ਨੂੰ ਕਿਸ ਚੀਜ਼ ਦਾ ਨਹੀਂ ਪਤਾ ਕਿ ਸਾਨੂੰ ਚਾਹੀਦਾ। ਅਸੀਂ ਕਈ ਵਾਰ ਕਹਿੰਦੇ ਹਾਂ ਸਾਨੂੰ ਪੈਨ ਚਾਹੀਦਾ, ਸਾਨੂੰ ਘੜੀ ਚਾਹੀਦੀ ਹੈ, ਕਿ ਉਹਨਾਂ ਨੂੰ ਨਹੀਂ ਪਤਾ ਹੁੰਦਾ, ਫਿਰ ਵੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਇਸੇ ਤਰ੍ਹਾਂ ਅਸੀਂ ਜਦੋਂ ਰੱਬ ਨੂੰ ਪਿਆਰ ਦੇ ਨਾਲ ਅਰਦਾਸ ਕਰਦੇ ਹਾਂ, ਅਰਦਾਸ ਦਾ ਮਤਲਬ ਸਿਰਫ ਮੰਗਾਂ ਮੰਗਣੀਆਂ ਨਹੀਂ ਹੁੰਦੀਆਂ। ਅਰਦਾਸ ਦਾ ਮਤਲਬ ਹੈ ਆਪਣੇ ਦਿਲ ਦੀ ਗੱਲ ਗੁਰੂ ਨਾਲ ਕਰਨੀ। ਔਰ ਜ਼ਰੂਰੀ ਨਹੀਂ ਹੈ ਕਿ ਦਿਲ ਦੀ ਗੱਲ ਸਿਰਫ ਇਹੀ ਹੈ ਕਿ ਸਾਨੂੰ ਆਹ ਚਾਹੀਦਾ, ਸਾਨੂੰ ਆਹ ਚਾਹੀਦਾ। ਅਸੀਂ ਕੋਈ ਵੀ ਗੱਲ ਹੈ, ਕਹਿੰਦੇ ਵੀ ਗੁਹਜ ਗਲ ਜੀ ਕੀ ਕੀਚੈ ਸਤਿਗੁਰ ਪਾਸ, ਇਹ ਇੱਕ ਸ਼ਬਦ ਹੈਗਾ, ਤੁਸੀਂ ਸਾਰੇ ਨੋਟ ਕਰ ਸਕਦੇ ਹੋ ਜੀ, ਮੈਂ ਇਹਦੇ ਤੇ ਸ਼ੋਅ ਵੀ ਕਰਨ ਲੱਗੀ ਹਾਂ। ਗੁਹਜ ਗਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ। ਕਈ ਵਾਰੀ ਨਾ ਕੋਈ ਏਦਾਂ ਦੀ ਗੱਲ ਹੁੰਦੀ ਹੈ ਜਿਹੜੀ ਅਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਪਾਉਂਦੇ, ਉਹ ਅਸੀਂ ਅਰਦਾਸ ਰਾਹੀਂ ਪਰਮਾਤਮਾ ਨਾਲ ਸ਼ੇਅਰ ਕਰ ਸਕਦੇ ਹਾਂ। ਅਸੀਂ ਇਹ ਨਹੀਂ ਕਹਿੰਦੇ ਕਿ ਵਾਹਿਗੁਰੂ ਜੀ ਨੂੰ ਨਹੀਂ ਪਤਾ, ਵਾਹਿਗੁਰੂ ਜੀ ਨੂੰ ਪਤਾ ਹੈ। ਕਈ ਵਾਰ ਅਸੀਂ ਕਹਿੰਦੇ ਨੇ ਵੀ ਕਈ ਵਾਰ ਹੁੰਦਾ ਇਹ ਹੈ ਕਿ ਜੇ ਅਸੀਂ ਰੱਬ ਨਾਲ ਗੱਲ ਕਰਾਂਗੇ, ਰੱਬ ਹਨਾ ਸਾਡੀ ਵੇਟ ਕਰ ਰਹੇ ਹੁੰਦੇ। ਕਈ ਵਾਰ ਕਈ ਬੱਚੇ ਏਦਾਂ ਦੇ ਮੈਸੇजेस ਵੀ ਪਾਉਂਦੇ, ਤਾਂ ਪਿਆਰ ਦੀ ਗੱਲ ਹੈ। ਇਹ ਜ਼ਰੂਰੀ ਨਹੀਂ ਹੈ ਕਿ ਅਗਰ ਵਾਹਿਗੁਰੂ ਜੀ ਜਾਣਦੇ ਆ ਤੇ ਅਸੀਂ ਵਾਹਿਗੁਰੂ ਜੀ ਨਾਲ ਗੱਲ ਨਹੀਂ ਕਰਨੀ, ਅਸੀਂ ਵਾਹਿਗੁਰੂ ਜੀ ਨੂੰ ਅਰਦਾਸ ਨਹੀਂ ਕਰਨੀ। ਸੋ ਇਹ ਸ਼ਬਦ ਹੈ ਜੀ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿਤ ਲਾਈਏ। ਸੋ ਇਹਦਾ ਜਿਹੜਾ ਅਗਲਾ ਫਰਮਾਨ ਹੈ, ਗੁਹਜ ਗਲ ਜੀ ਕੀ ਕੀਚੈ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਏ, ਕਿ ਆਪਣੇ ਦਿਲ ਦੀ ਕੋਈ ਵੀ ਗੱਲ ਅਸੀਂ ਗੁਰੂ ਜੀ ਨਾਲ ਸਾਂਝੀ ਕਰ ਸਕਦੇ ਹਾਂ। ਸੋ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਸ਼ਾਇਦ ਸੁਰਿੰਦਰ ਭੈਣ ਜੀ ਦਾ ਵੀ ਕਨੈਕਸ਼ਨ ਹੈ ਜਿਹੜਾ ਲੋਸਟ ਹੋ ਗਿਆ, ਉਹ ਸ਼ੋ ਨਹੀਂ ਹੋ ਰਿਹਾ ਕਿਤੇ। ਸੋ ਸਾਰੇ ਹੀ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਕੈਂਪ ਦੀ ਅਸੀਂ ਇੱਥੇ ਸਮਾਪਤੀ ਕਰਦੇ ਹਾਂ। ਸਾਰੇ ਬੱਚਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਟੈਂਡੈਂਸ ਲਗਾ ਕੇ ਲੀਵ ਕਰ ਸਕਦੇ ਹੋ। ਕੱਲ ਨੂੰ ਫਿਰ ਅਸੀਂ ਸਾਰੇ 4 ਵਜੇ ਮਿਲਾਂਗੇ ਜੀ। ਸੋ ਬੱਚਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਨੰਬਰ ਨੋਟ ਕਰ ਲੈਣ ਜੋ ਉਹਦੇ ਤੇ ਆ ਰਹੇ ਨੇ, ਜਾਪ ਸੇਵਾ, ਕੀਰਤਨ ਸੇਵਾ ਤੇ ਕਿਸੇ ਵੀ ਕੁਐਰੀ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।